ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੈ। ਸੋ ਕਹਉ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੁ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪੰਜਵਾ। ਨਦੀ ਤਰੰਦੜੀ ਮੈਡਾ, ਖੋਜ ਨਾ ਖੁੰਬੈ। ਮੰਝ ਮੁਹੱਬਤ ਤੇਰੀ, ਤਉ ਸਹਿ ਚਰਣੀ। ਮੈਡਾ ਹੀੜਾ ਸੀਤਮ, ਹਰਿ ਨਾਨਕ ਤੁਲਹਾ ਬੇੜੀ। ਨਦੀ ਤਰੰਦੜੀ ਮੈਡਾ, ਖੋਜ ਨ ਖੁੰਬੈ। ਮੰਝ ਮੁਹੱਬਤ ਤੇਰੀ, ਤਉ ਸਹਿ ਚਰਣੀ। ਮੈਡਾ ਹੀੜਾ ਸੀਤਮ, ਹਰਿ ਨਾਨਕ ਤੁਲਹਾ ਬੇੜੀ। ਮਹਲਾ ਪੰਜਵਾ। ਜਿਨ੍ਹਾਂ ਦਿਸੰਦੜਿਆ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ। ਹਉ ਟੂਢੇਂਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕੇਈ। ਪੌੜੀ ਆਵੈ ਸਾਹਿਬ ਚਿੱਤ, ਤੇਰਿਆਂ ਭਗਤਾ ਡਿਠਿਆ। ਮਨ ਕੀ ਕੱਟੀਐ ਮੈਲ, ਸਾਧ ਸੰਗ ਉਠਿਆ। ਜਨਮ ਮਰਨ ਭਉ ਕੱਟੀਐ, ਜਨ ਕਾ ਸ਼ਬਦ ਜਪ। ਬੰਧਨ ਖੋਲਣ ਸੰਤ, ਦੂਤ ਸਭ ਜਾਹੇ ਛਪ। ਤਿਸ ਸਿਉ ਲਾਇਨ ਰੰਗ, ਜਿਸ ਦੀ ਸਭ ਧਾਰੀਆ। ਊਚੀ ਹੂੰ ਊਚਾ ਥਾਨ, ਅਗਮ ਅਪਾਰੀਆ। ਰੈਣ ਦਿਨਸ ਕਰ ਜੋੜ, ਸਾਸ ਸਾਸ ਧਿਆਈਐ। ਜਾਪੇ ਹੋਏ ਦਇਆਲ, ਤਾਂ ਭਗਤ ਸੰਗ ਪਾਈਐ। ਰੈਣ ਦਿਨਸ ਕਰ ਜੋੜ, ਸਾਸ ਸਾਸ ਧਿਆਈਐ।
ਜਾਂ ਆਪੇ ਹੋਏ ਦਇਆਲ, ਤਾਂ ਭਗਤ ਸੰਗ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਸਾਜੀ ਨਿਵਾਜੀ, ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੀ ਅਪਾਰ ਕਿਰਪਾ ਦੇ ਸਦਕਾ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਸੰਗਤ ਵਿੱਚ ਹਾਜ਼ਰੀਆਂ ਭਰਨ ਦਾ ਭਾਗਾਂ ਭਰਿਆ ਸਮਾਂ ਪ੍ਰਾਪਤ ਹੋ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਅੰਦਰ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਤਿਸ ਦੀ ਕਥਾ ਵਿਚਾਰ ਅਤੇ ਇਸ ਅਸਥਾਨ ਤੇ ਚੱਲ ਰਹੀ ਗੁਰਬਾਣੀ ਕੀ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਵਾਸਤੇ ਸੰਗਤਾਂ ਗੁਰੂ ਕੀ ਹਜ਼ੂਰੀ ਵਿੱਚ ਸੁਭਾਏਮਾਨ ਹਨ ਔਰ ਦੇਸ਼ ਪ੍ਰਦੇਸ਼ ਵਿਦੇਸ਼ਾਂ ਦੇ ਅੰਦਰ ਵੀ ਟੀਵੀ ਦੇ ਮਾਧਿਅਮ ਰਾਹੀਂ ਲੱਖਾਂ ਦੀ ਗਿਣਤੀ ਵਿੱਚ ਪ੍ਰੇਮੀ ਸੰਗਤਾਂ ਗੁਰ ਸ਼ਬਦ ਦੀ ਕਥਾ ਵਿਚਾਰ ਸਰਵਣ ਕਰਦੀਆਂ ਹਨ। ਅੱਜ ਦਾ ਇਹ ਪਾਵਨ ਸ੍ਰੀ ਮੁਖਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸੁਭਾਏਮਾਨ 22 ਵਾਰਾਂ ਦੇ ਵਿੱਚੋਂ ਗੂਜਰੀ ਰਾਗ ਦੀ ਦੂਸਰੀ ਵਾਰ ਦੇ ਵਿੱਚ ਸੁਸ਼ੋਭਿਤ ਹੈ। ਗੂਜਰੀ ਰਾਗ ਜਿਸ ਦਾ 5ਵਾਂ ਅਸਥਾਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਤਤਕਰੇ ਵਿੱਚ, ਔਰ 2 ਵਾਰਾਂ ਸਤਿਗੁਰੂ ਗਰੀਬ ਨਿਵਾਜ ਜੀ ਨੇ ਇਸ ਰਾਗ ਵਿੱਚ ਉਚਾਰਨ ਕੀਤੀਆਂ ਨੇ। ਇਹ ਦੂਸਰੀ ਵਾਰ ਦੀ ਸ਼ਲੋਕਾਂ ਦੇ ਸਮੇਤ ਨਾਵੀਂ ਪੌੜੀ ਹੈ। ਸਤਿਗੁਰੂ ਗ੍ਰੰਥ ਸਾਹਿਬ ਜੀ ਕੇ ਪਵਿੱਤਰ ਅੰਗ 520 ਤੇ ਸੁਭਾਏਮਾਨ ਹੈ। ਇਹ ਗੂਜਰੀ ਰਾਗ ਕੀ ਦੂਸਰੀ ਵਾਰ 5ਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਪਰ ਉਪਕਾਰੀ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕੀ ਉਚਾਰਨ ਕੀਤੀ ਹੋਈ ਹੈ। ਪੌੜੀਆਂ ਵੀ ਤੇ ਪੌੜੀਆਂ ਤੋਂ ਪਹਿਲਾਂ ਸ਼ਲੋਕ ਵੀ ਇਹ ਸਾਰੇ ਹੀ ਪੰਚਮ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰਦਿਆਂ ਉਚਾਰੇ ਹਨ। ਆਓ ਅੰਮ੍ਰਿਤ ਰੂਪ ਗੁਰੂ ਕੀ ਬਾਣੀ ਕਾ ਪਵਿੱਤਰ ਉਪਦੇਸ਼ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਲਿਵ ਸੁਰਤ ਗੁਰ ਚਰਨਾਂ ਵਿੱਚ ਜੋੜ ਕੇ ਸ਼ਰਧਾ ਭਾਵਨਾ ਔਰ ਪ੍ਰੇਮ ਸਤਿਕਾਰ ਸਹਿਤ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ 5ਵਾਂ। 5ਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਲੋਕ ਉਚਾਰਨ ਕਰਕੇ ਉਪਦੇਸ਼ ਬਖਸ਼ਦੇ ਨੇ। ਕੋਸ਼ ਵਿੱਚ ਸ਼ਲੋਕ ਅੱਖਰ ਦੇ ਵੱਖ-ਵੱਖ ਅਰਥ ਜਿਹੜੇ ਨੇ ਉਹ ਲਿਖੇ ਹੋਏ ਨੇ, ਔਰ ਜੋ ਪ੍ਰਕਰਨ ਚੱਲਦਾ ਹੋਵੇ, ਜੋ ਸਬਜੈਕਟ ਚੱਲਦਾ ਹੋਵੇ, ਉਸ ਮੁਤਾਬਕ ਅਰਥ ਹੋਇਆ ਕਰਦਾ ਹੈ। ਸ਼ਲੋਕ ਛੰਦਾਬੰਦੀ ਦੀ ਇੱਕ ਚਾਲ ਹੈ। ਜਿਵੇਂ ਕਿ ਪੌੜੀ ਹੈ, ਜਿਵੇਂ ਹੋਰ ਅਨੇਕ ਪ੍ਰਕਾਰ ਦੇ ਛੰਦ ਨੇ, ਸਾਡੇ ਢਾਡੀ ਜਾਂ ਕਵੀਸ਼ਰ ਵੀਰ ਜਾਣਦੇ ਨੇ। ਢਾਡੀ ਕਲਾ ਦੇ ਵਿੱਚ ਕਿਧਰੇ ਬੈਂਤ ਹੈ, ਕਿਧਰੇ ਕਲੀ ਹੈ, ਕਿਧਰੇ ਕੋਰੜਾ ਹੈ, ਕਿਧਰੇ ਕੋਰੜਾ ਡਿਓੜ ਹੈ, ਕਿਧਰੇ ਵਾਰ ਹੈ। ਜਦੋਂ ਆਪਾਂ ਦਸਮ ਪਾਤਸ਼ਾਹ ਜੀ ਕੀ ਪਾਵਨ ਬਾਣੀ ਪੜ੍ਹਦੇ ਹਾਂ ਤਾਂ ਅਨੇਕਾਂ ਛੰਦਾਂ ਦੇ ਨਾਮ ਉਹਦੇ ਵਿੱਚ ਸਾਨੂੰ ਦਰਸ਼ਨ ਦੀਦਾਰ ਹੁੰਦੇ ਹੈ। ਇਉਂ ਸ਼ਲੋਕ ਵੀ ਛੰਦਾਬੰਦੀ ਦੀ ਇੱਕ ਚਾਲ ਹੈ। ਸ਼ਲੋਕ ਦਾ ਅਰਥ ਉਪਦੇਸ਼ ਵੀ ਹੈ। ਸ਼ਲੋਕ ਦਾ ਅਰਥ ਜਸ ਔਰ ਵਡਿਆਈ ਵੀ ਹੈ। ਬੈਕੁੰਠ ਧਾਮ ਦੀਆਂ ਜੋ 4 ਮੁਕਤੀਆਂ ਮੰਨੀਆਂ ਜਾਂਦੀਆਂ, ਉਹਨਾਂ ਵਿੱਚੋਂ ਪਹਿਲੀ ਮੁਕਤੀ ਦਾ ਨਾਮ ਵੀ ਸ਼ਲੋਕ ਹੈ। ਔਰ ਇਸੇ ਪ੍ਰਕਾਰ ਸੰਧੀ ਵਿਛੇਦ ਨੀਤੀ ਰਾਹੀਂ ਸਵੈ ਲੋਕ ਭਾਵ ਨਿਜ ਲੋਕ ਸੱਚਖੰਡ
ਇਉਂ ਸਮੁੱਚੇ ਤੌਰ ਤੇ ਸ਼ਲੋਕ ਅਰਥ ਦਾ ਅੱਖਰ ਦਾ ਅਰਥ ਮਹਾਂਪੁਰਖਾਂ ਇਉਂ ਕੀਤਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾ ਉਹ ਪਾਵਨ ਉਪਦੇਸ਼ ਜਿਸ ਵਿੱਚ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕਾ ਜਸ ਉਚਾਰਨ ਕੀਤਾ ਗਿਆ ਹੈ, ਜਿਸ ਵਿੱਚ ਸਾਨੂੰ ਵਾਹਿਗੁਰੂ ਕਾ ਜਸ ਉਚਾਰਨ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਗਿਆ ਹੈ, ਜਿਸ ਦੀ ਕਮਾਈ ਕਰਕੇ ਸ਼ਲੋਕ ਮੁਕਤੀ ਤਾਂ ਕੀ ਬਲਕਿ ਸਵੈ ਲੋਕ ਭਾਵ ਨਿਜ ਲੋਕ ਦੀ ਪ੍ਰਾਪਤੀ, ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸਾ ਪਾਵਨ ਉਪਦੇਸ਼ ਸਤਿਗੁਰੂ ਜੀ ਛੰਦਾਬੰਦੀ ਦੀ ਚਾਲ ਸ਼ਲੋਕ ਰਾਹੀਂ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ। ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਨਦੀ ਤਰੰਦੜੀ ਮੈਡਾ ਖੋਜ ਨ ਖੁੰਬੈ। ਸਾਧ ਸੰਗਤ ਜੀ, ਜੋ ਸਾਡਾ ਸ਼ਾਮ ਦਾ ਨਿਤਨੇਮ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਆ ਹੈ, ਸੋਦਰ ਰਹਿਰਾਸ ਸਾਹਿਬ, ਤਿਸ ਦੇ ਵਿੱਚ ਇੱਕ ਪਾਵਨ ਬਚਨ ਦੁਨੀਆ ਦੀ ਹਾਲਤ ਦਾ ਜੋ ਸਤਿਗੁਰਾਂ ਨੇ ਉਚਾਰਿਆ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ। ਤਿਤ ਸਰਵਰੜੈ ਭਈ ਲੈ ਨਿਵਾਸਾ ਪਾਣੀ ਪਾਵਕ ਤਨਹਿ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ। ਸੰਸਾਰ ਰੂਪੀ ਇੱਕ ਐਸਾ ਇਹ ਸਮੁੰਦਰ ਹੈ ਜਿਸ ਦੇ ਵਿੱਚ ਸਾਡਾ ਨਿਵਾਸ ਹੋਇਆ ਹੈ। ਇਹਦੇ ਵਿੱਚ ਲੋਭ ਲਹਿਰ ਦਾ ਪਾਣੀ ਹੈ, ਇਹਦੇ ਵਿੱਚ ਆਸਾ ਮਨਸਾ ਤ੍ਰਿਸ਼ਨਾ ਦੀਆਂ ਅਗਨੀਆਂ ਵੀ ਹਨ। ਅਨੇਕ ਪ੍ਰਕਾਰ ਦੀਆਂ ਲੋਭ ਦੀਆਂ ਲਹਿਰਾਂ ਜੋ ਚੱਲਦੀਆਂ ਨੇ, ਉਹਨਾਂ ਦੇ ਹੁੰਦਿਆਂ ਹੋਇਆਂ ਪੰਕ ਜੋ ਮੋਹ, ਪੰਕ ਦਾ ਅਰਥ ਹੈ ਚਿੱਕੜ, ਮੋਹ ਰੂਪੀ ਐਸਾ ਚਿੱਕੜ ਹੈ, ਐਸੀ ਦਲਦਲ ਹੈ ਜਿਸ ਦੇ ਵਿੱਚ ਪੱਗ ਨਹੀਂ ਚੱਲੈ। ਬਿਰਤੀ ਰੂਪੀ ਇੱਕ ਕਦਮ ਵੀ ਇਸ ਸੰਸਾਰ ਵਿੱਚ ਸਾਥੋਂ ਚੱਲਿਆ ਨਹੀਂ ਜਾਂਦਾ। ਜਿਵੇਂ ਜਿਹੜਾ ਜੀਵ ਕਿਧਰੇ ਦਲਦਲ ਦੇ ਵਿੱਚ ਖੁੱਭ ਜਾਵੇ, ਆਮ ਚਿੱਕੜ ਦੇ ਵਿੱਚੋਂ ਤਾਂ ਮਨੁੱਖ ਤੁਰ ਕੇ ਅਗਾਂਹ ਜਾ ਸਕਦਾ, ਪੈਰ ਲਿਬੜ ਜਾਣਗੇ, ਲੱਤਾਂ ਲਿਬੜ ਜਾਣਗੀਆਂ, ਤੁਰਨਾ ਔਖਾ ਹੋਵੇਗਾ। ਪਰ ਜਿਹੜੀ ਦਰਿਆਵਾਂ ਦੀ ਜਾਂ ਸਮੁੰਦਰਾਂ ਦੇ ਕਿਨਾਰੇ ਦੀ ਦਲਦਲ ਹੁੰਦੀ ਹੈ, ਉਹਦੇ ਵਿੱਚ ਖੁੱਭਿਆ ਹੋਇਆ ਮਨੁੱਖ ਇੱਕ ਕਦਮ ਵੀ ਅਗਾਂਹ ਨਹੀਂ ਤਰ ਸਕਦਾ, ਤੁਰ ਨਹੀਂ ਸਕਦਾ। ਆਸਰਾ ਜਾਂ ਸਹਾਰਾ ਲੈਣਾ ਪਵੇਗਾ ਤਾਂ ਦਲਦਲ ਵਿੱਚੋਂ ਨਿਕਲਿਆ ਜਾਵੇਗਾ, ਨਹੀਂ ਤਾਂ ਜਿੰਨਾ ਜੀਵ ਉੱਪਰ ਨਿਕਲਣ ਵਾਸਤੇ ਜ਼ੋਰ ਲਾਉਂਦਾ ਹੈ, ਸਰੀਰ ਦਾ ਭਾਰ ਪੈਰਾਂ ਉੱਪਰ ਪੈਣ ਤੋਂ ਓਨਾ ਹੇਠਾਂ ਧੱਸਦਾ ਜਾਂਦਾ ਹੈ। ਜੇ ਬਾਹਰੋਂ ਕੋਈ ਸਹਾਰਾ, ਕੋਈ ਰੱਸਾ ਵਗੈਰਾ ਜਾਂ ਹੋਰ ਚੀਜ਼ ਪਕੜਾਈ ਜਾਵੇ ਤਾਂ ਉਹਦੇ ਨਾਲ ਖਿੱਚ ਕੇ ਉਸ ਨੂੰ ਬਾਹਰ ਕੱਢਿਆ ਜਾ ਸਕਦਾ ਹੈ। ਦੁਨੀਆ ਦੇ ਵਿੱਚ ਇਹ ਜਿਹੜਾ ਮੋਹ ਹੈ ਸਾਧ ਸੰਗਤ ਜੀ, ਦੁਨਿਆਵੀ ਪਦਾਰਥਾਂ ਦੀ ਔਰ ਸਰੀਰਾਂ ਦੀ ਪਕੜ ਹੈ, ਇਹ ਉਸ ਦਲਦਲ ਦੀ ਤਰ੍ਹਾਂ ਹੈ ਜਿਸ ਦੇ ਵਿੱਚ ਸਾਡਾ ਇਹ ਜਿਹੜਾ ਬਿਰਤੀ ਰੂਪੀ ਕਦਮ ਹੈ, ਪੱਗ ਹੈ, ਇਹ ਵਾਹਿਗੁਰੂ ਕੇ ਮਾਰਗ ਵੱਲੇ ਇੱਕ ਕਦਮ ਵੀ ਚੱਲ ਨਹੀਂ ਸਕਦਾ। ਹਮ ਦੇਖਾ ਤਹਿ ਡੂਬੀ ਅਲੇ। ਕੁੱਲ ਸੰਸਾਰ ਇਸ ਮੋਹ ਰੂਪੀ ਚਿੱਕੜ ਵਿੱਚ ਖੁੱਭਦਾ ਹੋਇਆ, ਸੰਸਾਰ ਰੂਪੀ ਸਰਵਰ ਵਿੱਚ, ਸਮੁੰਦਰ ਵਿੱਚ ਡੁੱਬਦਾ ਹੋਇਆ ਆਪਾਂ ਤੱਕਿਆ ਹੈ। ਇਹ ਕੁੱਲ ਸੰਸਾਰ ਦੀ ਹਾਲਤ ਹੈ। ਪਰ ਜਿਨ੍ਹਾਂ ਨੂੰ ਸਤਿਗੁਰੂ ਜੀ ਕੀ ਸ਼ਰਨ ਪ੍ਰਾਪਤ ਹੋ ਜਾਵੇ, ਜਿਨ੍ਹਾਂ ਨੂੰ ਸਤਿਗੁਰਾਂ ਦਾ ਆਸਰਾ ਮਿਲ ਜਾਵੇ, ਗੁਰੂ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ। ਗੁਰਸਿੱਖ ਦੀ ਗੁਰੂ ਕੇ ਚਰਨਾਂ ਵਿੱਚ ਇਹ ਬੇਨਤੀ ਹੈ, ਹਰ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ, ਕੱਢ ਲੇਵਹੁ ਸ਼ਬਦ ਸੁਭਾਏ ਜੀਓ, ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ, ਹਰ ਬਾਹ ਪ੍ਰਭੂ ਪਕਰਾਏ ਜੀਓ। ਮੋਹ ਰੂਪੀ ਚਿੱਕੜ ਵਿੱਚ, ਦਲਦਲ ਵਿੱਚ ਫਸੇ ਹੋਏ ਅਸੀਂ ਨਿੱਗਰਦੇ ਹੀ ਜਾਂਦੇ ਹਾਂ, ਡੁੱਬਦੇ ਜਾਂਦੇ ਹਾਂ। ਮਹਾਰਾਜ ਆਪਣੀ ਨਾਮ ਰੂਪੀ, ਆਪਣੀ ਆਸਰਾ ਰੂਪੀ ਬਾਂਹ ਕਿਰਪਾ ਕਰਕੇ ਸਾਨੂੰ ਪਕੜਾ ਦਿਓ, ਫੜਾ ਦਿਓ। ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਤਾਂ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਿਹੜੀ ਦਲਦਲ ਹੈ ਔਗਣਾ ਵਿਕਾਰਾਂ ਦੀ, ਇਹਦੇ ਵਿੱਚੋਂ ਸਤਿਗੁਰੂ ਜੀ ਆਪਣੇ ਸ਼ਰਧਾਲੂ ਪ੍ਰੇਮੀ ਗੁਰਸਿੱਖ ਨੂੰ ਸਹਿਜੇ ਹੀ ਬਾਹਰ ਕੱਢ ਲੈਂਦੇ ਨੇ। ਉਹ ਜਿਹੜੀ ਆਨੰਦਮਈ ਅਵਸਥਾ ਹੈ ਉਸ ਦਾ ਵਰਣਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਦੇ ਨੇ। ਨਦੀ ਤਰੰਦੜੀ ਮੈਡਾ ਖੋਜ ਨਾ ਖੁੰਬੈ। ਮੈਂ ਜੀਵ ਆਤਮਾ ਰੂਪ ਇਸਤਰੀ ਇਸ ਸੰਸਾਰ ਰੂਪੀ ਨਦੀ ਨੂੰ ਤਰ ਰਹੀ ਹਾਂ, ਤੇ ਇਸ ਨੂੰ ਤਰਦਿਆਂ ਹੋਇਆਂ ਮੇਰਾ ਖੋਜ ਭਾਵ ਕਿ ਮੇਰੀ ਪੈੜ, ਮੇਰੀ ਕਦਮ ਚਾਪ ਨਾ ਖੁੰਬੈ, ਇਹਦੇ ਵਿੱਚ ਖੁੱਭਦੀ ਨਹੀਂ। ਆਸਾ ਮਨਸਾ ਤ੍ਰਿਸ਼ਨਾ ਦਾ ਚਿੱਕੜ ਹੈ, ਮੋਹ ਦਾ ਚਿੱਕੜ ਹੈ। ਇਸੇ ਤਰ੍ਹਾਂ ਅਨੇਕਾਂ ਔਗਣਾਂ ਤੇ ਵਿਕਾਰਾਂ ਦੀ ਦਲਦਲ ਹੈ। ਇਹ ਸੰਸਾਰ ਰੂਪੀ ਨਦੀ ਨੂੰ ਤਰਦਿਆਂ ਹੋਇਆਂ
ਮੇਰੀ ਜਿਹੜੀ ਸੁਰਤ ਹੈ ਨਾ ਇਸ ਦੁਨੀਆਦਾਰੀ ਦੇ ਵਿੱਚ ਖੁੱਭ ਨਹੀਂ ਰਹੀ ਹੁਣ ਗੁਰੂ ਕੀ ਕਿਰਪਾ ਦੀ ਸਦਕਾ। ਹੁਣ ਮੇਰਾ ਇਸ ਸੰਸਾਰ ਸਾਗਰ ਤੋਂ ਤਰਨਾ ਸੌਖਾ ਹੋ ਗਿਆ ਹੈ। ਜਿਵੇਂ ਪਹਿਲਾਂ ਸਾਡੀ ਆਮ ਸੰਸਾਰਿਕ ਜੀਵਾਂ ਦੀ ਜਿਹੜੀ ਸੁਰਤ ਹੈ ਉਹ ਦੁਨੀਆਦਾਰੀ ਵਿੱਚ ਖੁੱਭੀ ਹੋਈ ਹੈ, ਕਾਮ ਵਿੱਚ, ਕ੍ਰੋਧ ਵਿੱਚ, ਲੋਭ ਮੋਹ ਹੰਕਾਰ ਵਿੱਚ, ਧਨ ਦੌਲਤ ਮਾਇਆ ਵਿੱਚ, ਧੀਆਂ ਪੁੱਤਰਾਂ ਔਰ ਦੁਨੀਆਦਾਰੀ ਦੇ ਸੰਬੰਧਾਂ ਦੇ ਵਿੱਚ ਅਨੇਕ ਪ੍ਰਕਾਰ ਅਨੇਕਾਂ ਪਾਸੇ ਸਾਡੀ ਬਿਰਤੀ ਖੁੱਭੀ ਹੋਈ ਹੈ। ਪਰ ਹੁਣ ਜਦੋਂ ਸਤਿਗੁਰੂ ਜੀ ਆਪ ਜੀ ਕੀ ਮਿਹਰ ਹੋ ਗਈ ਤਾਂ ਸੰਸਾਰ ਰੂਪੀ ਨਦੀ ਨੂੰ ਮੈਂ ਜੀਵ ਆਤਮਾ ਸਹਿਜੇ ਹੀ ਤਰ ਰਹੀ ਹਾਂ, ਕਿਉਂਕਿ ਮੇਰਾ ਜਿਹੜਾ ਖੋਜ ਹੈ, ਮੇਰੀ ਪੈੜ ਹੈ, ਮੇਰੀ ਬਿਰਤੀ ਰੂਪੀ ਕਦਮ ਹੈ ਨਾ, ਉਹ ਇਸ ਸੰਸਾਰ ਵਿੱਚ ਹੁਣ ਨਹੀਂ ਖੁੱਭ ਰਿਹਾ, ਇਹਦੇ ਵਿੱਚ ਗਲਤਾਨ ਨਹੀਂ ਹੋ ਰਿਹਾ। ਮੰਝ ਮੁਹੱਬਤ ਤੇਰੀ, ਕਿਉਂਕਿ ਮੰਝ ਮੇਰੇ ਅੰਦਰ, ਮੇਰੇ ਹਿਰਦੇ ਦੇ ਅੰਦਰ ਮੁਹੱਬਤ ਤੇਰੀ। ਹੇ ਵਾਹਿਗੁਰੂ, ਹੇ ਸਤਿਗੁਰੂ ਜੀ, ਹੁਣ ਤੇਰੀ ਮੁਹੱਬਤ ਹੈ, ਤੇਰਾ ਪਿਆਰ ਹਿਰਦੇ ਵਿੱਚ ਵਸ ਗਿਆ ਹੈ ਤੇ ਉਹ ਤੇਰਾ ਪਿਆਰ ਮੈਨੂੰ ਹੁਣ ਇਸ ਸੰਸਾਰ ਸਾਗਰ ਵਿੱਚ ਡੁੱਬਣ ਨਹੀਂ ਦਿੰਦਾ। ਤੇਰੇ ਨਾਮ ਨਾਲ ਜੋ ਸਾਡੀ ਪ੍ਰੀਤ ਜੁੜ ਗਈ, ਗੁਰਮੁਖਾਂ ਪਿਆਰਿਆਂ ਵਿਦਵਾਨ ਜਨਾਂ ਮਹਾਤਮਾ ਜਨਾਂ ਦੇ ਉਚਾਰਨ ਕੀਤੇ ਹੋਏ ਬਚਨ ਆਪਾਂ ਤਕਰੀਬਨ ਰੋਜ਼ ਪੜ੍ਹਦੇ ਸੁਣਦੇ ਹਾਂ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨਹਾਰ। ਜਹਾਜ਼ ਦੀ ਨਿਆਈ ਹੈ ਅਕਾਲ ਪੁਰਖ ਵਾਹਿਗੁਰੂ ਕਾ ਪਰਮ ਪਵਿੱਤਰ ਨਾਮ, ਜੋ ਕਿ ਸਾਨੂੰ ਸੰਸਾਰ ਸਾਗਰ ਵਿੱਚ ਡੁੱਬਣ ਨਹੀਂ ਦਿੰਦਾ। ਮੰਝ ਮੁਹੱਬਤ ਤੇਰੀ, ਮੇਰੇ ਹਿਰਦੇ ਦੇ ਅੰਦਰ ਵਾਹਿਗੁਰੂ ਹੁਣ ਤੇਰੀ ਮੁਹੱਬਤ ਹੈ, ਤੇਰਾ ਪਿਆਰ ਹੈ, ਤੇਰੀ ਪ੍ਰੀਤ ਹੈ। ਇਸ ਕਾਰਨ ਮੇਰੀ ਸੁਰਤ ਜਿਹੜੀ ਹੈ ਮੋਹ ਮਾਇਆ ਦੇ ਚੱਕੜ ਵਿੱਚ ਹੁਣ ਨਹੀਂ ਖੁੱਭ ਰਹੀ। ਤੋ ਸਹਿ ਚਰਣੀ ਮੈਡਾ ਹੀੜਾ ਸੀਤਮ, ਹੇ ਮੇਰੇ ਸਹਿ ਸ਼ਾਹੋ ਪਤੀ ਰੂਪ ਅਕਾਲ ਪੁਰਖ ਵਾਹਿਗੁਰੂ, ਤੇਰੇ ਨਾਮ ਰੂਪੀ, ਤੇਰੇ ਸ਼ਬਦ ਰੂਪੀ ਚਰਨਾਂ ਦੇ ਨਾਲ ਮੈਡਾ ਹੀੜਾ ਸੀਤਮ, ਮੇਰਾ ਜਿਹੜਾ ਹਿਰਦਾ ਹੈ ਉਹ ਸੀਤਾ ਗਿਆ ਹੈ। ਕੱਪੜੇ ਦੇ ਦੋ ਪੱਟ ਹੋਣ, ਵੱਖਰੀਆਂ ਵੱਖਰੀਆਂ ਦੋ ਲੀਰਾਂ ਟਾਕੀਆਂ ਹੋਣ, ਜਦੋਂ ਅਸੀਂ ਸੂਈ ਧਾਗੇ ਦੇ ਨਾਲ ਮਸ਼ੀਨ ਨਾਲ ਉਹਨਾਂ ਨੂੰ ਸੀ ਦਿੰਦੇ ਆ ਨਾ ਆਪਸ ਵਿੱਚ, ਤਾਂ ਉਹ ਇੱਕ ਦੂਜੇ ਨਾਲ ਪੱਕੇ ਤੌਰ ਤੇ ਜੁੜ ਜਾਂਦੇ ਨੇ, ਫਿਰ ਵਖਰੇਵਾ ਨਹੀਂ ਪੈਂਦਾ। ਮਹਾਰਾਜ ਜੀਓ, ਮੇਰਾ ਜਿਹੜਾ ਹਿਰਦਾ ਹੈ ਨਾ ਉਹ ਆਪ ਜੀ ਦੇ ਚਰਨਾਂ ਦੇ ਨਾਲ ਸੀਤਾ ਗਿਆ ਹੈ, ਪਰੋਇਆ ਗਿਆ ਹੈ। ਬਿਨ ਤਾਗੇ ਬਿਨ ਸੂਈ ਆਨੀ, ਮਨ ਹਰ ਭਗਤੀ ਸੰਗ ਸੀਮਨਾ। ਦੁਨੀਆ ਦਾ ਕੋਈ ਧਾਗਾ ਨਹੀਂ, ਦੁਨਿਆਵੀ ਕੋਈ ਸੂਈ ਨਹੀਂ, ਇਉਂ ਅਕਾਲ ਪੁਰਖ ਵਾਹਿਗੁਰੂ ਕੇ ਪ੍ਰੇਮ ਦੇ ਵਿੱਚ, ਵਾਹਿਗੁਰੂ ਦੀ ਭਗਤੀ ਦੇ ਵਿੱਚ ਇਹ ਜਿਹੜਾ ਹਿਰਦਾ ਜਿਹੜਾ ਨਾ ਇਹ ਸੀਤਾ ਗਿਆ ਹੈ। ਜਿਵੇਂ ਕਿ ਇਹ ਬਚਨ ਭਗਤ ਰਸਨਾ ਰਾਹੀਂ ਆਉਂਦੇ ਨੇ, ਸੋਇਨੇ ਕੀ ਸੂਈ ਰੁਪਏ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿਉ ਲਾਗਾ। ਵਾਹਿਗੁਰੂ ਦੇ ਨਾਮ ਨਾਲ ਚਿੱਤ ਜੁੜ ਗਿਆ ਹੈ, ਸੁਰਤ ਸੀਤੀ ਗਈ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ। ਹੇ ਵਾਹਿਗੁਰੂ, ਤੇਰੇ ਨਾਮ ਰੂਪੀ ਚਰਨਾਂ ਨਾਲ ਮੇਰਾ ਹਿਰਦਾ ਜਿਹੜਾ ਸੀਤਾ ਗਿਆ, ਪਰੋਇਆ ਗਿਆ, ਇੱਕਮਿਕ ਹੋ ਗਿਆ ਹੈ। ਹਰਿ ਨਾਨਕ ਤੁਲਹਾ ਬੇੜੀ, ਸਤਿਗੁਰੂ ਜੀ ਫਰਮਾਉਂਦੇ ਨੇ ਕਿ ਹੇ ਹਰੀ ਅਕਾਲ ਪੁਰਖ ਵਾਹਿਗੁਰੂ, ਤੇਰਾ ਨਾਮ ਹੀ ਸਾਡਾ ਤੁਲਾ ਹੈ ਤੇ ਤੇਰਾ ਨਾਮ ਹੀ ਸਾਡੀ ਬੇੜੀ ਹੈ। ਵੱਡੇ ਸਮੁੰਦਰ ਨੂੰ ਆਪਾਂ ਪਾਰ ਕਰਨਾ ਹੋਵੇ ਤਾਂ ਸਮੁੰਦਰੀ ਜਹਾਜ਼ ਹੁੰਦਾ ਹੈ, ਛੋਟੀਆਂ ਨਦੀਆਂ ਹੋਣ ਤਾਂ ਬੇੜੀਆਂ ਤੇ ਚੜ੍ਹ ਕੇ ਪਾਰ ਉਤਰਿਆ ਜਾ ਸਕਦਾ ਹੈ। ਉਹਦੇ ਤੋਂ ਵੀ ਛੋਟੇ ਨਾਲੇ ਹੋਣ ਤਾਂ ਆਮ ਤੌਰ ਤੇ ਪਿੰਡਾਂ ਥਾਵਾਂ ਦੇ ਵਿੱਚ ਉਹਨਾਂ ਨਾਲਿਆਂ ਨਦੀਆਂ ਨੂੰ ਤਰਨ ਵਾਸਤੇ ਤੁਲੇ ਬਣਾਏ ਜਾਂਦੇ ਸੀ। ਤੁਲਾ ਕੀ ਕਿ ਕੁਝ ਲੱਕੜ ਦੇ ਮੋਛੇ ਲੈ ਕੇ ਉਹਨਾਂ ਨੂੰ ਆਪਸ ਦੇ ਵਿੱਚ ਰੱਸਿਆਂ ਦੇ ਨਾਲ ਬੰਨ੍ਹ ਲੈਣਾ ਤੇ ਇਉਂ ਇੱਕ ਇਹੋ ਜਿਹਾ ਪਲੇਟਫਾਰਮ ਜਿਹਾ ਬਣਾ ਲੈਣਾ ਜਿਹੜਾ ਪਾਣੀ ਉੱਪਰ ਤਰਦਾ ਰਹੇ, ਉਹਨੂੰ ਤੁਲਾ ਕਹਿੰਦੇ ਨੇ। ਵਾਹਿਗੁਰੂ ਕਾ ਨਾਮ, ਆ ਜਿਹੜੇ ਦੁਨੀਆ ਦੇ ਰਾਗ ਦਵੈਸ਼ ਰੂਪੀ ਈਰਖਾ ਰੂਪੀ ਨਾਲੇ ਨੇ, ਇਹਨਾਂ ਨੂੰ ਤਰਨ ਵਾਸਤੇ ਤੁਲੇ ਦੀ ਨਿਆਈ ਹੈ। ਔਰ ਇਸੇ ਪ੍ਰਕਾਰ ਸੰਸਾਰ ਰੂਪੀ ਸਮੁੰਦਰ ਨੂੰ ਤਰਨ ਵਾਸਤੇ ਬੇੜੀ ਦੀ ਨਿਆਈ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਕਾ ਨਾਮ ਹੈ, ਜਿਸ ਕਰਕੇ ਹੁਣ ਸੰਸਾਰ ਸਾਗਰ ਵਿੱਚ ਮੇਰਾ ਡੁੱਬਣਾ ਨਹੀਂ ਹੁੰਦਾ। ਮਹੱਲਾ ਪੰਜਵਾ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹੋਰ ਬਖਸ਼ਿਸ਼ ਕਰਦੇ ਹਨ। ਜਿਨ੍ਹਾਂ ਦੀ ਸੰਦੜਿਆ ਦੁਰਮਤ ਵੰਝੈ, ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੂੰ ਦਿਸੰਦੜਿਆਂ ਦਿਸ ਆਉਂਦਿਆਂ, ਜਿਨ੍ਹਾਂ ਦੇ ਦਰਸ਼ਨ ਕੀਤਿਆਂ
ਜਿਨ੍ਹਾਂ ਨੂੰ ਤੱਕਦਿਆਂ, ਜਿਨ੍ਹਾਂ ਨੂੰ ਵੇਖਦਿਆਂ ਹੋਇਆਂ ਦੁਰਮਤ ਵੰਜੈ। ਦੁਰਮਤ ਜੋ ਭੈੜੀ ਮਤ ਹੈ, ਵੰਜੈ ਚਲੀ ਜਾਂਦੀ ਹੈ, ਦੌੜ ਜਾਂਦੀ ਹੈ। ਖੋਟੀ ਮਤ, ਉਹ ਮਤ ਜਿਹੜੀ ਸਾਨੂੰ ਮੋਹ ਦੇ ਵਿੱਚ ਫਸਾਉਂਦੀ ਹੈ, ਉਹ ਮਤ ਜਿਹੜੀ ਕਾਮ ਕ੍ਰੋਧ ਦੇ ਵਿੱਚ ਸਾਨੂੰ ਗਲਤਾਨ ਕਰ ਦਿੰਦੀ ਹੈ, ਉਹ ਮਤ ਜੋ ਸਾਨੂੰ ਪੁੱਠੇ ਪਾਸੇ ਪ੍ਰੇਰਦੀ ਹੈ, ਸਤਿਗੁਰਾਂ ਤੋਂ ਬੇਮੁਖ ਕਰਦੀ ਹੈ, ਉਸ ਮਤ ਨੂੰ ਦੁਰਮਤ, ਭੈੜੀ ਮਤ, ਖੋਟੀ ਮਤ ਕਿਹਾ ਗਿਆ ਹੈ। ਹਜੂਰ ਫਰਮਾਉਂਦੇ ਨੇ ਕਿ ਭਾਈ ਜਿਨ੍ਹਾਂ ਨੂੰ ਤੱਕਦਿਆਂ, ਜਿਨ੍ਹਾਂ ਦੀ ਸੰਗਤ ਕਰਦਿਆਂ, ਜਿਨ੍ਹਾਂ ਦੇ ਦਰਸ਼ਨ ਦੀਦਾਰੇ ਕਰਦਿਆਂ ਹੋਇਆਂ ਦੁਰਮਤ ਵੰਜੈ, ਖੋਟੀ ਮਤ ਜਿਹੜੀ ਆ ਵੰਜੈ ਚਲੀ ਜਾਵੇ, ਨਾਸ ਹੋ ਜਾਵੇ। ਮਿੱਤਰ ਅਸਾਡੜੇ ਸੇਈ, ਇਸ ਸੰਸਾਰ ਵਿੱਚ ਉਹੀ ਸਾਡੇ ਮਿੱਤਰ ਹਨ, ਉਹੀ ਦੋਸਤ ਹਨ, ਉਹੀ ਯਾਰ ਹਨ। ਦੁਨੀਆ ਦੇ ਵਿੱਚ ਦੋਸਤੀ ਦਾ ਜਿਹੜਾ ਨਾਤਾ ਹੈ ਇਹ ਬੜਾ ਨੇੜੇ ਦਾ ਮੰਨਿਆ ਜਾਂਦਾ ਹੈ। ਮਨੁੱਖ ਆਪਣੀ ਸੋਚ ਸਮਝ ਮੁਤਾਬਕ ਅਨੇਕਾਂ ਆਪਣੇ ਦੋਸਤ, ਆਪਣੇ ਯਾਰ ਮਿੱਤਰ ਬਣਾਉਂਦਾ ਹੈ, ਪਰ ਕਈ ਵਾਰ ਉਹਨਾਂ ਯਾਰਾਂ ਮਿੱਤਰਾਂ, ਉਹਨਾਂ ਦੋਸਤਾਂ ਦੇ ਪਿੱਛੇ ਲੱਗ ਕੇ ਧਰਮ ਤੋਂ ਬੇਮੁਖ ਹੋ ਬੈਠਦਾ ਹੈ। ਸਤਿਗੁਰੂ ਗਰੀਬ ਨਿਵਾਜ ਜੀ ਦੇ ਉਪਦੇਸ਼ ਨੂੰ ਭੁਲਾ ਬੈਠਦਾ ਹੈ। ਆਮ ਤੌਰ ਤੇ ਦੁਨੀਆ ਦੀ ਵਿਚਾਰ ਐਸੀ ਹੈ, ਜਦ ਕਿਸੇ ਨੂੰ ਗੁਰੂ ਕੇ ਲੜ ਲੱਗਣ ਵਾਸਤੇ ਪ੍ਰੇਰਿਆ ਜਾਵੇ, ਭਾਈ ਕਲਗੀਧਰ ਪਾਤਸ਼ਾਹ ਜੀ ਕੀ ਬਖਸ਼ਿਸ਼ ਕੀਤੀ ਰਹਿਤ ਮਰਜ਼ਾਦਾ ਮੁਤਾਬਕ ਖੰਡੇ ਬਾਟੇ ਦਾ ਅੰਮ੍ਰਿਤ ਛਕ, 5 ਕਕਾਰਾਂ ਦਾ ਧਾਰਨੀ ਹੋ, ਰਹਿਤ ਮਰਜ਼ਾਦਾ ਵਿੱਚ ਪਰਪੱਕ ਹੋ, ਤਾਂ ਜਵਾਬ ਮਿਲਦਾ ਜੀ ਅੰਮ੍ਰਿਤ ਛਕ ਤਾਂ ਲਈਏ ਪਰ ਰਹਿਤ ਨਹੀਂ ਰੱਖੀ ਜਾਣੀ। ਕਿਉਂ ਭਾਈ, ਕੀ ਗੱਲ ਰਹਿਤ ਕਿਉਂ ਨਹੀਂ ਰੱਖੀ ਜਾਣੀ? ਕਹਿੰਦਾ ਜੀ ਸੁਸਾਇਟੀ ਵਿੱਚ ਉੱਠਣਾ ਬੈਠਣਾ ਪੈਂਦਾ ਹੈ, ਯਾਰਾਂ ਬਾਸ਼ਾਂ ਵਿੱਚ, ਦੋਸਤਾਂ ਮਿੱਤਰਾਂ ਦੀਆਂ ਮਹਿਫਲਾਂ ਵਿੱਚ ਬਹਿਣਾ ਪੈਂਦਾ ਹੈ, ਹੋਰ ਕਈ ਪ੍ਰਕਾਰ ਦੇ ਦੋਸਤ ਮਿੱਤਰ ਜਿਹੜੇ ਨੇ ਉਹਨਾਂ ਦੇ ਨਾਲ ਮਿਲ ਕੇ ਕੁਝ ਪਾਰਟੀਆਂ ਵਗੈਰਾ ਕਰਨੀਆਂ ਪੈਂਦੀਆਂ, ਰਹਿਤ ਨਹੀਂ ਰਹਿਣੀ। ਇਸ ਕਰਕੇ ਜੀ ਅਸੀਂ ਅੰਮ੍ਰਿਤ ਨਹੀਂ ਛਕਦੇ ਜੀ, ਇਸ ਕਰਕੇ ਆਪਾਂ ਸਾਬਤ ਸੂਰਤ ਨਹੀਂ ਹੁੰਦੇ। ਲਓ ਭਾਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਸਾਨੂੰ ਬੜਾ ਸੁੰਦਰ ਉਪਦੇਸ਼ ਫਰਮਾਉਂਦੇ ਨੇ। ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਦੁਨੀਆ ਦੇ ਪਿੱਛੇ ਲੱਗ ਕੇ ਦੀਨ ਗਵਾ ਦਿੱਤਾ, ਧਰਮ ਗਵਾ ਦਿੱਤਾ। ਦੁਨੀਆਦਾਰੀ ਦੀਆਂ ਅਨੇਕਾਂ ਰੀਤਾਂ, ਸਾਡੇ ਜੀਵਨ ਵਿੱਚ ਆਉਣ ਵਾਲੇ ਅਨੇਕਾਂ ਖੁਸ਼ੀ ਦੇ ਪਲ ਜਾਂ ਅਨੇਕਾਂ ਗਮੀ ਦੇ ਪਲ, ਉਹਨਾਂ ਵਿੱਚ ਅਨੇਕਾਂ ਰਸਮੋ ਰਿਵਾਜ, ਅਨੇਕਾਂ ਰੀਤਾਂ, ਅਨੇਕਾਂ ਸ਼ਗਨ ਵਿਹਾਰ, ਅਨੇਕ ਪ੍ਰਕਾਰ ਦੀਆਂ ਗੱਲਾਂ ਬਾਤਾਂ, ਤੇ ਅਸੀਂ ਉਹਨਾਂ ਵਿੱਚ ਖੁੱਭੇ ਰਹਿੰਦੇ ਹਾਂ। ਅਖੇ ਜੀ ਇਹ ਤਾਂ ਦੁਨੀਆ ਦੀ ਰੀਤ ਚੱਲਦੀ ਆਈ ਹੈ, ਗੁਰਮਤ ਨੂੰ ਭੁੱਲ ਜਾਂਦੇ ਆ। ਉਹਨਾਂ ਰੀਤਾਂ ਤੋਂ, ਉਹਨਾਂ ਰਸਮਾਂ ਰਿਵਾਜਾਂ ਤੋਂ ਸਾਨੂੰ ਸਤਿਗੁਰੂ ਜੀ ਮਨ੍ਹਾ ਕਰਦੇ ਨੇ, ਪਰ ਆਪਾਂ ਉਹਨਾਂ ਵਿੱਚ ਹੀ ਫਸੇ ਆ। ਇਹ ਜੀ ਦੁਨੀਆਦਾਰੀ ਨਿਭਾਉਣੀ ਪੈਂਦੀ ਹੈ ਜੀ। ਇਤਿਹਾਸ ਵਿੱਚ ਗੁਰੂ ਕੇ ਪਾਵਨ ਬਚਨ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜੇ ਸੁੰਦਰਤਾ ਦੇ ਨਾਲ ਬਿਆਨ ਕੀਤੇ ਨੇ। ਜੇ ਨਰ ਪਚੀ ਅਦਕ ਸੰਸਾਰੀ, ਫਸੇ ਕਰਮ ਮਹਿ ਜਿਉ ਮਦ ਜਾਰੀ, ਤਿਨ ਤੇ ਸੁਨ ਸੁਨ ਮਾਨਹਿ ਨਹੀਂ, ਧਰਹਿ ਸਦਾ ਜਿਮ ਸਤਿਗੁਰ ਕਹੀ। ਦੁਨੀਆ ਦੇ ਰਸਮਾਂ ਰਿਵਾਜਾਂ ਵਿੱਚ, ਦੁਨਿਆਵੀ ਰੀਤਾਂ ਵਿੱਚ, ਦੁਨੀਆ ਦੇ ਸ਼ਗਨਾਂ ਕੁਸ਼ਗਨਾਂ ਦੇ ਵਿੱਚ ਜਿਹੜੇ ਲੋਕ ਦੁਨੀਆ ਦੇ ਫਸੇ ਹੋਏ ਨੇ, ਇਸ ਤਰ੍ਹਾਂ ਕਿ ਜਿਵੇਂ ਮੱਛੀ ਜਾਲ ਵਿੱਚ ਫਸੀ ਹੁੰਦੀ ਹੈ, ਨਿਕਲ ਨਹੀਂ ਸਕਦੇ, ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਕਦੇ ਗੁਰੂ ਕਾ ਸਿੱਖ ਨਾ ਮੰਨੇ। ਬੜਾ ਉਹ ਪ੍ਰੇਰਨਗੇ ਕਿ ਆਹ ਵਿਹਾਰ ਐਦਾਂ ਬਣਦਾ ਜੀ, ਆਹ ਰੀਤ ਐਦਾਂ ਬਣਦੀ ਹੈ ਜੀ, ਆਹ ਇਉਂ ਕਰਨਾ ਪਵੇਗਾ ਜੀ। ਪਰ ਮਹਾਰਾਜ ਕਹਿੰਦੇ ਸਾਡਾ ਸਿੱਖ ਉਹਨਾਂ ਲੋਕਾਂ ਦੀਆਂ ਇਹਨਾਂ ਗੱਲਾਂ ਨੂੰ ਸੁਣ ਸੁਣ ਕੇ ਕਦੇ ਵੀ ਨਾ ਮੰਨੇ। ਧਰਹਿ ਸਦਾ ਜਿਮ ਸਤਿਗੁਰ ਕਹੀ, ਉਹੀ ਬਾਤ ਧਾਰਨ ਕਰੇ ਜਿਵੇਂ ਸਤਿਗੁਰਾਂ ਨੇ ਕਹੀ ਹੈ। ਜੋ ਉਪਦੇਸ਼ ਗੁਰੂ ਨੇ ਫਰਮਾਇਆ ਹੈ ਉਸ ਉਪਦੇਸ਼ ਦਾ ਧਾਰਨੀ ਹੋਵੇ। ਪਰ ਸਾਡਾ ਸੁਭਾਅ ਤਾਂ ਉਲਟ ਬਣ ਗਿਆ ਕਿ ਦੁਨੀਆਦਾਰੀ ਰੱਖਣੀ ਹੈ। ਗੁਰੂ ਨਾਰਾਜ਼ ਹੁੰਦਾ ਕੋਈ ਪਰਵਾਹ ਨਹੀਂ, ਇੱਕ ਰਿਸ਼ਤੇਦਾਰ ਨਹੀਂ ਨਾਰਾਜ਼ ਹੋਣਾ ਚਾਹੀਦਾ, ਇੱਕ ਮਿੱਤਰ ਦੋਸਤ ਦੀ ਨਾਰਾਜ਼ਗੀ ਨਹੀਂ ਲੈਣੀ, ਗੁਰੂ ਕੀ ਨਾਰਾਜ਼ਗੀ ਦੀ ਕੋਈ ਗੱਲ ਨਹੀਂ। ਐਸੀ ਲਾਪਰਵਾਹੀ, ਐਸਾ ਮਨਮੁਖਤਾ ਵਾਲਾ ਸਾਡਾ ਸੁਭਾਅ। ਦੀਨ ਗਵਾਇਆ ਦੁਨੀ ਸਿਓ, ਦੁਨੀਆ ਪਿੱਛੇ ਲੱਗ ਕੇ ਧਰਮ ਗਵਾ ਦਿੱਤਾ, ਪਰ ਦੁਨੀ ਨਾ ਚਾਲੀ ਸਾਥ। ਭਾਈ ਜਦੋਂ ਇਸ ਸੰਸਾਰ ਤੋਂ ਜਾਣਾ, ਇਹ ਦੁਨੀਆ ਦੇ ਵਿੱਚੋਂ ਤਾਂ ਕੋਈ ਨਾਲ ਨਹੀਂ ਚੱਲਣ ਵਾਲਾ। ਜਿਸ ਨੇ ਨਾਲ ਚੱਲਣਾ ਸੀ ਉਹਦੇ ਨਾਲੋਂ ਤਾਂ ਵਿਗਾੜ ਲਈ, ਉਹਦਾ ਬਚਨ ਤਾਂ ਮੰਨਿਆ ਨਾ। ਦੁਨੀਆ ਪਿੱਛੇ ਲੱਗ ਕੇ ਧਰਮ ਗਵਾਇਆ, ਪਰ ਦੁਨੀਆ ਨਾਲ ਨਹੀਂ ਚੱਲੀ। ਇਉਂ ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹਾਥ। ਬੇਸਮਝ ਮੂਰਖ ਜੀਵ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰ ਲਿਆ, ਦੁਨੀਆ ਕਾਰਨ ਦੀਨ ਗਵਾਇਆ। ਭਾਈ ਕੌਣ ਹੈ ਸਾਡਾ ਮਿੱਤਰ ਅਸਲ ਦੇ ਵਿੱਚ, ਜਿਹੜੇ ਸਾਨੂੰ ਪੁੱਠੇ ਪਾਸੇ ਪ੍ਰੇਰਦੇ ਨੇ,
ਜਿਨ੍ਹਾਂ ਦੀ ਕੁਸੰਗਤ ਵਿੱਚ ਬੈਠ ਕੇ ਸ਼ਰਾਬ ਕਬਾਬ ਸ਼ਬਾਬ ਦੇ ਭੈੜੇ ਔਗਣ ਸਾਡੇ ਮਨ ਵਿੱਚ ਆ ਵਸਦੇ ਨੇ ਤੇ ਅਸੀਂ ਔਗਣਾਂ ਵਿੱਚ ਗਲਤਾਨ ਹੋ ਜਾਂਦੇ ਆ, ਉਹ ਸਾਡੇ ਮਿੱਤਰ ਨਹੀਂ ਬਲਕਿ ਉਹ ਤਾਂ ਅਸਲ ਵਿੱਚ ਦੁਸ਼ਮਣ ਨੇ। ਇੱਕ ਮਨੁੱਖ ਨੇ ਮਨ ਬਣਾ ਹੀ ਲਿਆ ਕਿ ਚਲੋ ਗੁਰੂ ਕੇ ਲੜ ਲੱਗਦੇ ਆ, ਬਾਣੀ ਪੜ੍ਹਿਆ ਕਰੀਏ, ਅੰਮ੍ਰਿਤ ਛਕੀਏ, ਤੇ ਲਾਗੋਂ ਯਾਰ ਦੋਸਤ ਕਹਿਣਗੇ ਛੱਡ ਯਾਰ ਤੂੰ ਬਾਬਾ ਬਣ ਕੇ ਕੀ ਲੈਣਾ। ਇੱਕ ਗੱਲ ਦਾ ਅਹਿਸਾਸ ਤਾਂ ਹੈ ਕਿ ਜ਼ਿੰਦਗੀ ਵਾਰ-ਵਾਰ ਥੋੜ੍ਹਾ ਮਿਲਣੀ ਹੈ, ਪਰ ਅੱਗੇ ਕਹਿ ਦਿੰਦੇ ਨੇ ਕਿ ਵਾਰ-ਵਾਰ ਇਹ ਜ਼ਿੰਦਗੀ ਨਹੀਂ ਮਿਲਦੀ, ਖਾਓ ਪੀਓ ਹੰਢਾਓ ਐਸ਼ ਕਰੋ। ਗੁਰੂ ਕਾ ਉਪਦੇਸ਼ ਭੁੱਲ ਗਿਆ ਕਿ ਜ਼ਿੰਦਗੀ ਵਾਰ-ਵਾਰ ਨਹੀਂ ਮਿਲਣੀ, ਇਹਨੂੰ ਗੁਰੂ ਕੇ ਲੜ ਲਾ ਕੇ ਸਫਲਾ ਕਰ ਲਓ, ਉਧਰ ਨੂੰ ਸੁਰਤ ਨਹੀਂ ਜਾਂਦੀ। ਮਨੁੱਖ ਸਿੱਧੇ ਪਾਸੇ ਚੱਲਣ ਦਾ ਮਨ ਬਣਾ ਲੈਂਦਾ ਹੈ, ਪਰ ਜਿਨ੍ਹਾਂ ਨੂੰ ਆਪਣੇ ਦੋਸਤ ਆਪਣੇ ਮਿੱਤਰ ਸਮਝਿਆ ਉਹ ਮਨ ਨੂੰ ਫੇਰ ਭਟਕਾ ਦਿੰਦੇ ਨੇ। ਭਾਈ ਕਾਹਦੇ ਸੱਜਣ ਹੋਏ, ਕਾਹਦੇ ਮਿੱਤਰ ਹੋਏ ਜਿਹੜੇ ਸਾਡੇ ਜੀਵਨ ਨੂੰ ਵਿਗਾੜ ਦੇਣ। ਕੌਣ ਸੱਜਣ ਨੇ, ਕੌਣ ਮਿੱਤਰ ਨੇ? ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾਡੜੇ ਸੇਈ। ਸੂਹੀ ਰਾਗ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾ ਪਾਵਨ ਇਹ ਬਚਨ ਹੈ, ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕਉ ਹਰ ਨਾਮ ਚਿਤਾਰੇ। ਉਹ ਸਾਡੇ ਸੱਜਣ ਨੇ, ਉਹ ਸਾਡੇ ਪਿਆਰੇ ਮਿੱਤਰ ਨੇ ਜੋ ਸਾਨੂੰ ਵਾਹਿਗੁਰੂ ਦਾ ਨਾਮ ਚੇਤੇ ਕਰਾਉਣ, ਨਾਮ ਜਪਾਉਣ, ਨਾਮ ਜਪਣ ਵਾਲੇ ਪਾਸੇ ਪ੍ਰੇਰਨ। ਭਾਈ ਗੁਰੂ ਕੀ ਸੰਗਤ ਕਰਿਆ ਕਰ, ਭਾਈ ਪ੍ਰੇਮੀਆਂ ਤੂੰ ਸਾਬਤ ਸੂਰਤ ਰਹਿ, ਖੰਡੇ ਬਾਟੇ ਦਾ ਅੰਮ੍ਰਿਤ ਛਕ, ਗੁਰਦੁਆਰੇ ਜਾਇਆ ਕਰ, ਸੇਵਾ ਕਰਿਆ ਕਰ, ਬਾਣੀ ਪੜ੍ਹਿਆ ਕਰ। ਇਹੋ ਜਿਹੀ ਪ੍ਰੇਰਨਾ ਦੇਣ ਵਾਲੇ ਜਿਹੜੇ ਸੱਚੇ ਸੱਜਣ ਨੇ ਉਹੀ ਸਾਡੇ ਮਿੱਤਰ ਨੇ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾਜੜੇ ਸੇਈ। ਜਿਨ੍ਹਾਂ ਦੇ ਨਾਲ ਮਿਲਿਆ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਖੋਟੀ ਮਤ ਨਾਸ ਹੋ ਜਾਵੇ, ਉਹ ਸੰਤ ਮਹਾਤਮਾ ਗੁਰਮੁਖ ਪਿਆਰੇ ਸਾਡੇ ਅਸਲੀ ਮਿੱਤਰ ਹਨ। ਹਉ ਟੁਢੇਂਦੀ ਜਗ ਸਵਾਇਆ। ਇਹੋ ਜਿਹੇ ਚੰਗੇ ਤੇ ਸੱਚੇ ਮਿੱਤਰਾਂ ਦੀ ਪ੍ਰਾਪਤੀ ਵਾਸਤੇ ਮੈਂ ਜਿੰਦ ਆਤਮਾ ਸਾਰਾ ਜਗਤ ਲੱਭਦੀ ਫਿਰਦੀ ਹਾਂ, ਜਗਤ ਵਿੱਚ ਢੂੰਡਦੀ ਫਿਰਦੀ ਹਾਂ। ਜਨ ਨਾਨਕ ਵਿਰਲੇ ਕੇਈ। ਪਰ ਉਹ ਇਹੋ ਜਿਹੇ ਜਿਹੜੇ ਜਨ ਗੁਰਮੁਖ ਪਿਆਰੇ ਨੇ ਉਹ ਕੋਈ ਕੋਈ ਵਿਰਲੇ ਹਨ, ਹਰ ਜਗ੍ਹਾ ਨਹੀਂ ਲੱਭਦੇ, ਹਰ ਥਾਂ ਤੇ ਉਹ ਗੁਰਮੁਖ ਪਿਆਰੇ ਜਿਹੜੇ ਨੇ ਪ੍ਰਾਪਤ ਨਹੀਂ ਹੁੰਦੇ। ਭਗਤ ਫਰੀਦ ਜੀ ਫਰਮਾਨ ਕਰਦੇ ਨੇ, ਫਰੀਦਾ ਗੱਲਨੀ ਸੋ ਸੱਜਣ 20 ਇੱਕ ਢੂੰਡੇਂਦੀ ਨਾ ਲਾਹਾਂ। ਗੱਲੀ ਬਾਤੀ ਤਾਂ 20 ਸੱਜਣ ਭਾਵ ਅਨੇਕਾਂ ਸੱਜਣ ਮਿੱਤਰ ਬਣੇ ਫਿਰਦੇ ਨੇ, ਪਰ ਜਦੋਂ ਇੱਕ ਸੱਚਾ ਸੱਜਣ ਮਿੱਤਰ ਲੱਭਣ ਦਾ ਯਤਨ ਕਰੀਏ ਤਾਂ ਲੱਭਿਆਂ ਇੱਕ ਵੀ ਨਹੀਂ ਲੱਭਦਾ। ਧੁਖਾਂ ਜਿਉ ਮਾਲੀ ਕਾਰਨ ਤਿੰਨਾ ਮਾ ਪਿਰੀ। ਮੈਂ ਮਾਲੀ ਦੀ ਤਰ੍ਹਾਂ, ਆ ਮਾਈਆਂ ਨੂੰ ਬਜ਼ੁਰਗਾਂ ਨੂੰ ਪਤਾ ਹੈ ਕਿ ਜਦੋਂ ਘਰਾਂ ਦੇ ਵਿੱਚ ਕੋਈ ਗੋਹੇ ਦੀਆਂ ਪਾਥੀਆਂ ਬਾਲੀਆਂ ਜਾਂਦੀਆਂ ਤਾਂ ਇੱਕ ਚੂਰਾ ਜਿਹਾ ਉਹਨਾਂ ਦੇ ਵਿੱਚੋਂ ਬਣ ਜਾਂਦਾ ਭੰਨਣ ਵੇਲੇ। ਉਹ ਬਣੇ ਹੋਏ ਚੂਰੇ ਨੂੰ ਆਮ ਮਾਲੀ ਜਾਂ ਮਿਲੀ ਕਿਹਾ ਕਰਦੇ ਸਨ। ਉਹ ਅੱਗ ਲਟ ਲਟ ਨਹੀਂ ਬਲਦੀ, ਬਲਕਿ ਉਹ ਮਿਲੀ ਦੀ ਜਿਹੜੀ ਅੱਗ ਹੈ ਹੌਲੀ ਹੌਲੀ ਧੁਖਦੀ ਹੈ। ਭਗਤ ਫਰੀਦ ਜੀ ਫਰਮਾਉਂਦੇ ਨੇ ਕਿ ਇਹੋ ਜਿਹੇ ਜਿਹੜੇ ਬਨੌਟੀ ਮਿੱਤਰ ਨੇ ਨਾ, ਇਹਨਾਂ ਦੇ ਕਰਕੇ ਉਸ ਭੁਰੇ ਹੋਏ ਜਾਂ ਗਿੱਲੇ ਗੋਹੇ ਦੀ ਤਰ੍ਹਾਂ ਧੁਖਣਾ ਪੈਂਦਾ, ਦੁੱਖੀ ਹੋਣਾ ਪੈਂਦਾ ਹੈ। ਵਿਰਲੇ ਵਿਰਲੇ ਹਨ ਗੁਰਮੁਖ ਸੱਜਣ ਪਿਆਰੇ ਜੋ ਸਾਨੂੰ ਪਰਮਾਤਮਾ ਦੇ ਨਾਮ ਨਾਲ ਜੋੜਦੇ ਨੇ। ਜਗ ਮਹਿ ਉੱਤਮ ਕਾਢਿਆ ਹੈ ਵਿਰਲੇ ਕੇਈ ਕੇ। ਵੇ ਰਲੇ ਜਿਹੜੇ ਕਿ ਦੂਸਰਿਆਂ ਵਿੱਚ ਰਲਦੇ ਨਹੀਂ। ਬਹੁਤ ਘੱਟ ਗਿਣਤੀ ਵਾਲੇ ਐਸੇ ਗੁਰਮੁਖ ਪਿਆਰੇ ਲੱਭਦੇ ਹਨ। ਕੁੱਲ ਸੰਸਾਰ ਨੂੰ ਭਾਲ ਕੇ ਵੇਖੀਏ, ਜਨ ਨਾਨਕ ਵਿਰਲੇ ਕੇਈ। ਵਿਰਲੇ ਵਿਰਲੇ ਜਨ ਗੁਰਮੁਖ ਪਿਆਰੇ ਐਸੇ ਸੱਜਣ ਸੰਤ ਮਿੱਤਰ ਹਨ ਜੋ ਕਿ ਪ੍ਰਮਾਤਮਾ ਦੇ ਨਾਮ ਨਾਲ ਸਾਨੂੰ ਜੋੜਨ, ਜੋ ਸਾਡੇ ਮੰਦੇ ਸੁਭਾਅ ਨੂੰ ਖਤਮ ਕਰਕੇ ਸਾਨੂੰ ਸ਼ੁਭ ਮਤ ਵੱਲੇ ਪ੍ਰੇਰਨਾ ਦੇਣ। ਪੌੜੀ ਵਿੱਚ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰਕੇ ਇਸੇ ਸ਼ਲੋਕ ਦੀ ਮਾਨੋ ਕੇ ਵਿਆਖਿਆ ਕਰਦੇ ਨੇ। ਆਵੈ ਸਾਹਿਬ ਚਿਤ ਤੇਰਿਆ ਭਗਤਾ ਡਿਠਿਆ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਦੋਂ ਤੇਰੇ ਭਗਤਾਂ ਨੂੰ ਤੱਕ ਲਈਏ, ਤੇਰੇ ਭਗਤਾਂ ਪਿਆਰਿਆਂ ਨਾਮ ਸਿਮਰਨ ਕਰਨ ਵਾਲਿਆਂ ਦੇ ਦਰਸ਼ਨ ਦਿਦਾਰੇ ਕਰ ਲਈਏ, ਤਾਂ ਹੇ ਮੇਰੇ ਸਾਹਿਬ ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ, ਉਹਨਾਂ ਦੇ ਦਰਸ਼ਨ ਕੀਤਿਆਂ ਤੂੰ ਚੇਤੇ ਆਉਣਾ, ਤੇਰੀ ਯਾਦ ਆਉਂਦੀ ਹੈ। ਕਦੇ ਸਾਡੇ ਜੀਵਨ ਵਿੱਚ ਐਸਾ ਤਜਰਬਾ ਹੋਇਆ ਹੋਵੇ, ਨਾਮ ਅਭਿਆਸੀ ਵਾਹਿਗੁਰੂ ਦੇ ਨਾਮ ਦੀ ਰੰਗਣ ਵਿੱਚ ਰੰਗੇ ਹੋਏ ਕੋਈ ਸੰਤ ਮਹਾਤਮਾ ਗੁਰਮੁਖਾਂ ਪਿਆਰਿਆਂ ਦੇ ਅਚਾਨਕ ਵੀ ਸਾਨੂੰ ਦਰਸ਼ਨ ਕਿਧਰੇ ਹੋ ਜਾਣ ਤਾਂ ਆਪ ਮੁਹਾਰੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਹੋਣ ਲੱਗ ਪੈਂਦਾ ਹੈ। ਇਹ ਗੁਰਮੁਖਾਂ ਦੀ ਰੀਤ ਹੀ ਐਸੀ ਹੈ, ਉਹਨਾਂ ਦਾ ਜੀਵਨ ਹੀ ਐਸਾ ਹੈ।
ਉਹਨਾਂ ਉੱਪਰ ਵਾਹਿਗੁਰੂ ਨੇ ਬਖਸ਼ਿਸ਼ ਹੀ ਐਸੀ ਕੀਤੀ ਹੈ। ਤਾਂ ਹੀ ਤਾਂ ਸਾਨੂੰ ਇਹ ਅਰਦਾਸ ਬੇਨਤੀ ਕਰਨ ਦੀ ਪ੍ਰੇਰਨਾ ਸਤਿਗੁਰੂ ਗਰੀਬ ਨਿਵਾਜ ਜੀ ਨੇ ਗੁਰਬਾਣੀ ਵਿੱਚ ਬਖਸ਼ਿਸ਼ ਕੀਤੀ ਹੈ। ਜਿਨੀ ਸਤਿਗੁਰ ਮੇਰਾ ਪਿਆਰਾ ਆਰਾਧਿਆ, ਤਿੰਨ ਜਨ ਦੇਖਾ ਨੈਣੀ। ਮੇਰੇ ਸਤਿਗੁਰੂ ਅਕਾਲ ਪੁਰਖ ਜੀ ਕਿਰਪਾ ਕਰੋ, ਜਿਨ੍ਹਾਂ ਨੇ ਮੇਰੇ ਪਿਆਰੇ ਸਤ ਚੇਤਨ ਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਆਰਾਧਿਆ ਨਾ, ਮੈਂ ਉਹਨਾਂ ਦੇ ਦਰਸ਼ਨ ਦਿਦਾਰੇ ਆਪਣੇ ਨੇਤਰਾਂ ਦੇ ਨਾਲ ਕਰਾਂ। ਆਪਾਂ ਅਰਦਾਸ ਦੀ ਸੰਪੂਰਨਤਾ ਉਪਰੰਤ ਇਹ ਬੇਨਤੀ ਗੁਰਚਰਨਾਂ ਵਿੱਚ ਕਰਦੇ ਆ ਨਾ ਕਿ ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਸੋ ਇਹੋ ਜਿਹੇ ਗੁਰਮੁਖ ਜਨ ਜਿਹੜੇ ਨੇ, ਹੇ ਵਾਹਿਗੁਰੂ ਤੇਰੇ ਭਗਤਾਂ ਦੇ, ਤੇਰੇ ਪਿਆਰਿਆਂ ਦੇ ਦਰਸ਼ਨ ਦਿਦਾਰੇ ਕੀਤਿਆਂ, ਉਹਨਾਂ ਨੂੰ ਅੱਖਾਂ ਦੇ ਨਾਲ ਤੱਕਿਆਂ ਹੀ ਤੂੰ ਚੇਤੇ ਆਉਣਾ, ਤੂੰ ਯਾਦ ਆਉਂਦਾ ਹੈ। ਮਨ ਕੀ ਕੱਟੀ ਐ ਮੈਲ, ਸਾਧ ਸੰਗ ਉਠਿਆ। ਇਹੋ ਜਿਹੇ ਜਿਹੜੇ ਸਾਧੂ ਜਨ ਹਨ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ, ਜਿਨ੍ਹਾਂ ਨੇ ਔਗਣ ਵਿਕਾਰ ਸਾਧ ਲਏ ਨੇ, ਭਾਉ ਭਗਤੀ ਦੀ ਸਾਧਨਾ ਕਮਾਈ ਕੀਤੀ ਹੈ, ਜਿਨ੍ਹਾਂ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਗੁਰਮੁਖ ਸਾਧ ਅਸਾਧ ਸਾਧ ਵਖਾਣੀ ਹੈ। ਸੋ ਇਹੋ ਜਿਹੇ ਗੁਰਮੁਖਾਂ ਪਿਆਰਿਆਂ ਦੀ ਸੰਗਤ ਵਿੱਚ ਜਦੋਂ ਜਾ ਮਿਲ ਬੈਠੀਏ ਤਾਂ ਮਨ ਦੀ ਹਰ ਪ੍ਰਕਾਰ ਦੀ ਮੈਲ ਕੱਟੀ ਜਾਂਦੀ ਹੈ। ਅਨੇਕ ਪ੍ਰਕਾਰ ਦੀ ਮੈਲ, ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੌ ਧੋਵਣ ਪਾਹੋ। ਜਨਮਾਂ ਜਨਮਾਂਤਰਾਂ ਦੀ ਮੈਲ ਇਸ ਮਨ ਨੂੰ ਲੱਗੀ ਹੋਈ। ਛਲੰ ਛਿਦਰੰ ਕੋਟ ਬਿਗਨੰ ਅਪਰਾਧੰ ਕਿਲਬਿਖ ਮਲੰ, ਭਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਤੰ। ਇਹ ਅਨੇਕ ਪ੍ਰਕਾਰ ਦੀ ਮੈਲ ਮਨ ਨੂੰ ਚੰਬੜੀ ਹੈ। ਈਰਖਾ ਦੀ ਔਰ ਦਵੈਤ ਦੀ ਜਿਹੜੀ ਮੈਲ ਹੈ, ਇਹ ਚੰਬੜੀ ਹੈ। ਗੁਰਮੁਖਾਂ ਪਿਆਰਿਆਂ ਦੀ ਸੰਗਤ ਵਿੱਚ ਮਿਲ ਕੇ ਇਹ ਮਨ ਦੀ ਮੈਲ ਜਿਹੜੀ ਹੈ, ਇਹ ਕੱਟੀ ਜਾਂਦੀ ਹੈ। ਸਤਿਗੁਰਾਂ ਕੇ ਇਹ ਪਾਵਨ ਪਵਿੱਤਰ ਬਚਨ, ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ। ਸਾਧੂ ਜਨਾਂ ਦਾ ਸੰਗ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ, ਤੇ ਤਿੰਨਾਂ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਖੋਟੀ ਮਤ ਨਾਸ ਹੁੰਦੀ ਹੈ। ਇਉਂ ਖੋਟੀ ਮਤ ਰੂਪੀ ਮੈਲ, ਰਾਗ ਦਵੈਸ਼ ਈਰਖਾ ਇਤਿਆਦਿਕ ਦੀ ਮੈਲ, ਹਰ ਤਰ੍ਹਾਂ ਦੀ ਮੈਲ ਕੱਟੀ ਜਾਂਦੀ ਹੈ ਮਨ ਦੀ, ਜਦੋਂ ਸਾਧੂ ਜਨਾਂ ਦੀ ਸੰਗਤ ਦੇ ਵਿੱਚ ਆਨ ਵਸੀਏ, ਤਿਨਾਂ ਦੀ ਸੰਗਤ ਕਰੀਏ। ਜਨਮ ਮਰਨ ਭਉ ਕੱਟੀ ਐ, ਜਨ ਕਾ ਸ਼ਬਦ ਜਪ। ਜਨਮ ਅਤੇ ਮਰਨ ਵੱਖੋ ਵੱਖਰੀਆਂ ਜੂਨਾਂ ਵਿੱਚ ਭਰਮਦਿਆਂ ਭਟਕਦਿਆਂ ਹੋਇਆਂ ਵਾਰ-ਵਾਰ ਜਨਮ ਲੈਣਾ ਤੇ ਮਰ ਕੇ ਜਾਣਾ, ਇਹ ਕੱਟਿਆ ਜਾਂਦਾ ਹੈ। ਭਉ ਕੱਟਿਆ, ਹਰ ਪ੍ਰਕਾਰ ਦਾ ਡਰ ਕੱਟਿਆ ਜਾਂਦਾ ਹੈ। ਜਨਮ ਦਾ ਡਰ, ਮਰਨ ਦਾ ਡਰ, ਇਹ ਕੱਟਿਆ ਜਾਂਦਾ ਹੈ। ਕਿਵੇਂ? ਜਨ ਕਾ ਸ਼ਬਦ ਜਪ। ਕਿਉਂਕਿ ਪ੍ਰਕਰਨ ਜਿਹੜਾ ਗੁਰਮੁਖਾਂ ਪਿਆਰਿਆਂ ਦੀ ਮਹਾਨਤਾ ਦਾ ਚੱਲ ਰਿਹਾ ਹੈ ਨਾ, ਜਨ ਕਾ ਸ਼ਬਦ ਜਪ। ਵਾਹਿਗੁਰੂ ਜੋ ਤੇਰੇ ਜਨ ਨੇ, ਜੋ ਪਿਆਰੇ ਨੇ ਤੇਰੇ, ਉਹਨਾਂ ਦਾ ਸ਼ਬਦ ਭਾਵ ਉਪਦੇਸ਼, ਜੋ ਉਹਨਾਂ ਨੇ ਉਪਦੇਸ਼ ਦਿੱਤਾ ਹੈ, ਉਸ ਉਪਦੇਸ਼ ਦੀ ਕਮਾਈ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣ ਦੇ ਨਾਲ ਜਨਮ ਅਤੇ ਮਰਨ ਦਾ ਡਰ ਵੀ ਕੱਟਿਆ ਜਾਂਦਾ ਹੈ, ਨਾਸ ਹੋ ਜਾਂਦਾ ਹੈ। ਬੰਧਨ ਖੋਲਣ ਸੰਤ, ਦੂਤ ਸਭ ਜਾਹੇ ਛਾਪ। ਕਿਉਂਕਿ ਇਹ ਵਾਹਿਗੁਰੂ ਤੇਰੇ ਸਾਜੇ ਨਿਵਾਜੇ ਜਿਹੜੇ ਸੰਤ ਹਨ ਨਾ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹਨਾਂ ਸੰਤਾਂ ਨੂੰ ਵਾਹਿਗੁਰੂ ਜੀ ਆਪ ਜੀ ਨੇ ਸਮਰੱਥਾ ਹੀ ਐਸੀ ਬਖਸ਼ੀ ਹੈ ਕਿ ਬੰਧਨ ਖੋਲਣ ਸੰਤ। ਉਹ ਜਿਹੜੇ ਸੰਤ ਜਨ ਹਨ, ਹਰ ਪ੍ਰਕਾਰ ਦੇ ਬੰਧਨ ਖੋਲ ਦਿੰਦੇ ਨੇ। ਕਰਤਾ ਭੁਗਤਾ ਦੇ ਬੰਧਨ, ਹੰਗਤਾ ਮਮਤਾ ਦੇ ਬੰਧਨ, ਵਿਸ਼ਿਆਂ ਵਿਕਾਰਾਂ ਤੇ ਔਗਣਾਂ ਦੇ ਬੰਧਨ, ਜਨਮ ਮਰਨ ਦੇ ਬੰਧਨ, ਇਹਨਾਂ ਸਾਰੇ ਬੰਧਨਾਂ ਨੂੰ ਕੱਟਣ ਦੇ ਸਮਰੱਥ ਹਨ ਗੁਰਮੁਖ ਪਿਆਰੇ ਸੰਤ ਜਨ। ਤੇ ਜਦੋਂ ਗੁਰਮੁਖ ਪਿਆਰੇ ਇਹ ਵਿਸ਼ਿਆਂ ਵਿਕਾਰਾਂ ਦੇ ਬੰਧਨ ਤੋੜ ਦਿੰਦੇ ਨੇ, ਦੂਤ ਸਭ ਜਾਹੇ ਛਪ। ਜਿਹੜੇ ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਨੇ, ਉਹ ਮਾਨੋ ਫਿਰ ਸ਼ਰਮ ਦੇ ਮਾਰੇ ਹੋਏ ਛਪ ਜਾਂਦੇ ਨੇ, ਲੁਕ ਜਾਂਦੇ ਨੇ। ਜਮਾਂ ਦੇ ਦੂਤ ਵੀ ਛਪ ਜਾਂਦੇ ਨੇ, ਨੇੜੇ ਨਹੀਂ ਆ ਸਕਦੇ, ਲੁਕ ਜਾਂਦੇ ਨੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਗੁਰਮੁਖਾਂ ਦੀ ਸੰਗਤ ਕਰਦਿਆਂ ਹੋਇਆਂ ਜਦੋਂ ਮਨ ਵਾਹਿਗੁਰੂ ਕੇ ਨਾਮ ਸਿਮਰਨ ਵਿੱਚ ਜੁੜ ਗਿਆ ਤਾਂ ਜਮ ਜਿਹੜਾ ਹੈ ਲੱਜਾਮਾਨ ਸ਼ਰਮਿੰਦਾ ਹੀ ਹੋ ਕੇ ਭੱਜ ਜਾਂਦਾ, ਨੇੜੇ ਠਹਿਰ ਨਹੀਂ ਸਕਦਾ। ਇਉਂ ਜਮਾਂ ਦੇ ਦੂਤ, ਵਿਸ਼ਿਆਂ ਵਿਕਾਰਾਂ ਔਗਣਾ ਰੂਪੀ ਦੂਤ ਸਾਰੇ ਛਪ ਜਾਂਦੇ, ਨਾਸ ਹੋ ਜਾਂਦੇ ਨੇ। ਤਿਸ ਸਿਉ ਲਾਇਨ ਰੰਗ,
ਜਿਸ ਦੀ ਸਭ ਧਾਰੀਆ। ਵਾਹਿਗੁਰੂ ਦੇ ਸਾਜੇ ਨਵਾਜੇ ਸੰਤ ਮਹਾਤਮਾ ਜੋ ਹਨ ਸਾਧ ਸੰਗਤ ਜੀ, ਤਿਸ ਸਿਉ ਲਾਇਨ ਰੰਗ। ਰੰਗ ਦਾ ਅਰਥ ਹੈ ਪ੍ਰੇਮ। ਉਹ ਜੀਵ ਦਾ ਉਸ ਪਰਮਾਤਮਾ ਦੇ ਨਾਲ ਪ੍ਰੇਮ ਲਗਾ ਦਿੰਦੇ ਨੇ ਜਿਸ ਦੀ ਸਭ ਧਾਰੀਆ, ਜਿਸ ਦੀ ਇਹ ਸਾਰੀ ਸ੍ਰਿਸ਼ਟੀ ਧਾਰਨ ਕੀਤੀ ਹੋਈ ਹੈ। ਭਾਵ ਸਾਰੀ ਸ੍ਰਿਸ਼ਟੀ ਜਿਸ ਪਰਮਾਤਮਾ ਦੇ ਆਸਰੇ ਹੈ। ਵਾਹਿਗੁਰੂ ਦੇ ਪਿਆਰੇ ਸੰਤ ਜਨ ਆਪਣੀ ਸੰਗਤ ਵਿੱਚ ਆਏ ਹੋਏ ਵਡਭਾਗੀ ਜੀਵਾਂ ਦਾ ਪ੍ਰੇਮ ਉਸ ਪਰਮਾਤਮਾ ਨਾਲ ਲਾ ਦਿੰਦੇ ਨੇ। ਊਚੀ ਹੂੰ ਊਚਾ ਥਾਨ ਅਗਮ ਅਪਾਰੀਆ। ਉਸ ਪਰਮਾਤਮਾ ਦੇ ਨਾਲ ਗੁਰਮੁਖ ਪਿਆਰੇ ਪ੍ਰੇਮ ਲਗਾ ਦਿੰਦੇ ਨੇ ਜਿਸ ਦਾ ਉੱਚੀ ਹੂੰ ਉੱਚਾ ਥਾਨ, ਉੱਚਿਆਂ ਨਾਲੋਂ ਵੀ ਉੱਚਾ ਜਿਸ ਦਾ ਸੱਚਖੰਡ ਰੂਪੀ ਅਸਥਾਨ ਹੈ। ਦੁਨੀਆ ਦੇ ਆਮ ਲੋਕਾਂ ਨੇ ਸਨਾਤਨ ਮਤ ਮੁਤਾਬਕ ਮਨੁੱਖਾਂ ਦੇ ਨਾਲੋਂ ਕੋਈ ਧਰਮੀ ਕਹਾਏ ਜਾਣ ਵਾਲੇ ਲੋਕ ਉੱਚੇ ਸਮਝੇ। ਉਹਨਾਂ ਤੋਂ ਉੱਚੇ ਦੇਵੀ ਦੇਵਤਿਆਂ ਨੂੰ ਮੰਨਿਆ ਗਿਆ। ਦੇਵੀ ਦੇਵਤਿਆਂ ਵਿੱਚੋਂ ਉੱਚੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਮੰਨੇ ਗਏ। ਉਹਨਾਂ ਤੋਂ ਵੀ ਉੱਪਰ ਮਹਾ ਵਿਸ਼ਨੂੰ ਇਤਿਆਦਿਕ। ਪਰ ਵਾਹਿਗੁਰੂ ਉੱਚਿਆਂ ਦੇ ਨਾਲੋਂ ਵੀ ਉੱਚਾ ਹੈ, ਸਰਬ ਸ਼੍ਰੋਮਣੀ ਹੈ। ਉਸ ਦਾ ਸਤ ਸੰਗਤ ਰੂਪੀ ਅਸਥਾਨ ਵੀ ਸਭ ਨਾਲੋਂ ਸ਼੍ਰੋਮਣੀ ਆ, ਸਭ ਨਾਲੋਂ ਉੱਤਮ ਹੈ। ਅਗਮ ਮਨ ਔਰ ਬੁੱਧੀ ਦੀ ਪਹੁੰਚ ਤੋਂ ਪਰੇ ਹੈ। ਅਪਾਰੀਆ ਪਾਰਾਵਾਰ ਤੋਂ ਰਹਿਤ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਸ ਪਰਮਾਤਮਾ ਨਾਲ ਵਾਹਿਗੁਰੂ ਦੇ ਪਿਆਰੇ ਜੋੜ ਦਿੰਦੇ ਨੇ। ਰਹਿਣ ਦਿਨਸ ਕਰ ਜੋੜ ਸਾਸ ਸਾਸ ਧਿਆਈਐ। ਸਮਾਂ ਭਾਵੇਂ ਦਿਨ ਦਾ ਹੋਵੇ ਤੇ ਭਾਵੇਂ ਰਾਤ ਦਾ ਹੋਵੇ, ਕਰ ਜੋੜ ਆਪਣੇ ਦੋਨੋਂ ਹੱਥ ਜੋੜ ਕੇ ਮਨ ਵਿੱਚ ਨਿਮਰਤਾ ਧਾਰਨ ਕਰਕੇ ਤੇ ਅੰਤਰੀਵ ਮਨ ਔਰ ਬੁੱਧ ਰੂਪੀ ਸੁਰਤ ਰੂਪੀ ਹੱਥਾਂ ਨੂੰ ਜੋੜ ਕੇ ਵੀ ਸਾਸ ਸਾਸ ਧਿਆਈਐ। ਜੋ ਅਕਾਲ ਪੁਰਖ ਵਾਹਿਗੁਰੂ ਸਾਹਾਂ ਦਾ ਵੀ ਸਵਾਸ ਰੂਪ ਹੈ, ਜੋ ਸਵਾਸਾਂ ਦਾ ਰਖਵਾਲਾ ਹੈ। ਸਵਾਸ ਸਵਾਸ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣਾ ਕਰੀਏ। ਜਾਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਐ। ਪੌੜੀ ਦੀ ਅੰਤਲੀ ਪੰਕਤੀ ਵਿੱਚ ਹਜੂਰ ਫਰਮਾਉਂਦੇ ਨੇ, ਜਾ ਆਪੇ ਹੋਏ ਦਇਆਲ। ਜਦੋਂ ਅਕਾਲ ਪੁਰਖ ਵਾਹਿਗੁਰੂ ਆਪ ਹੀ ਦਇਆਲੂ ਹੋ ਜਾਵੇ, ਆਪਣਾ ਤਰਸ ਕਰੇ, ਆਪਣੀ ਮਿਹਰ ਕਰੇ, ਤਾਂ ਸਾਧ ਸੰਗ ਪਾਈਐ। ਤਾਂ ਸਾਧੂ ਜਨਾਂ ਦਾ ਜਿਹੜਾ ਸੰਗ ਮਿਲਾਪ ਹੈ ਉਹ ਪ੍ਰਾਪਤ ਹੁੰਦਾ ਹੈ। ਐਵੇਂ ਕਿਤੇ ਸਾਧੂ ਜਨਾਂ ਦੀ ਸੰਗਤ ਵਿੱਚ ਨਹੀਂ ਮਿਲਿਆ ਜਾਂਦਾ। ਵਾਹਿਗੁਰੂ ਆਪ ਹੀ ਆਪਣੀ ਕਿਰਪਾ ਕਰੇ ਤਾਂ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ, ਤਾਂ ਗੁਰਮੁਖਾਂ ਪਿਆਰਿਆਂ ਦਾ ਮਿਲਾਪ ਮਿਲਦਾ ਹੈ। ਫਿਰ ਉਹਨਾਂ ਦੇ ਮਿਲਾਪ ਵਿੱਚ ਮਿਲ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਸਾਡੀ ਸੁਰਤ ਜੋੜਦੀ ਹੈ। ਇਹ ਪਾਵਨ ਸ੍ਰੀ ਮੁਖਵਾਕ ਵਿੱਚ ਸਤਿਗੁਰੂ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਸਾਧ ਸੰਗਤ ਜੀ, ਲੜੀਵਾਰ ਕਥਾ ਵਿਚਾਰ ਜੋ ਚੱਲ ਰਹੀ ਹੈ ਤਿਸ ਦੇ ਨਾਲ ਵੀ ਆਪਾਂ ਕੁਝ ਸਮਾਂ ਜੁੜਨਾ ਕਰੀਏ। ਰਾਮ ਕਲੀ ਮਹਲਾ ਤੀਜਾ ਆਨੰਦ। ਰਾਮਕਲੀ ਰਾਗ ਵਿੱਚ ਤੀਸਰੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰ ਰਹੇ ਨੇ। ਆਨੰਦ ਇਹ ਬਾਣੀ ਦਾ ਨਾਮ ਹੈ। ਆਨੰਦ ਸਾਹਿਬ ਜੋ ਸਾਡੇ ਨਿਤਨੇਮ ਵਿੱਚ ਵੀ ਸ਼ਾਮਲ ਹੈ। ਜੋ ਅੰਮ੍ਰਿਤ ਵੇਲੇ 5 ਬਾਣੀਆਂ ਦਾ ਨਿਤਨੇਮ ਸਤਿਗੁਰੂ ਗਰੀਬ ਨਿਵਾਜ ਜੀ ਨੇ ਬਖਸ਼ਿਸ਼ ਕੀਤਾ। ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਔਰ ਆਨੰਦ ਸਾਹਿਬ। ਇਹ ਆਨੰਦ ਸਾਹਿਬ ਦੀ ਕਥਾ ਅੱਜ ਗੁਰੂ ਕੀ ਕਿਰਪਾ ਨਾਲ ਆਰੰਭ ਹੋ ਰਹੀ ਹੈ। ਗੁਰੂ ਕੇ ਪਾਵਨ ਇਤਿਹਾਸ ਵਿੱਚ ਵਰਣਨ ਹੈ ਸਾਧ ਸੰਗਤ ਜੀ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਜੀ ਕੀ ਪਾਵਨ ਧਰਤੀ ਤੇ ਸੁਭਾਏ ਮਾਨ ਨੇ। ਅਨੇਕਾਂ ਸੰਗਤਾਂ ਗੁਰੂ ਕੇ ਚਰਨ ਪਰਸਣ ਵਾਸਤੇ ਆਉਂਦੀਆਂ। ਅਨੇਕਾਂ ਮਤਾਂ ਮਤਾਂਤਰਾਂ ਵਾਲੇ ਜਿਹੜੇ ਲੋਕ ਨੇ, ਜਿਨ੍ਹਾਂ ਧਰਮ ਦਾ ਪੱਖ ਜੀਵਨ ਅੰਦਰ ਧਾਰਨ ਤਾਂ ਕੀਤਾ ਹੈ ਪਰ ਅਜੇ ਪ੍ਰਾਪਤੀ ਨਹੀਂ ਹੋਈ, ਉਹ ਵੀ ਸ਼ਰਧਾ ਭਾਵਨਾ ਧਾਰਨ ਕਰਕੇ ਸਤਿਗੁਰਾਂ ਦੇ ਦਰ ਤੇ ਗੋਇੰਦਵਾਲ ਸਾਹਿਬ ਵਿਖੇ ਆਇਆ ਕਰਦੇ ਤੇ ਗੁਰੂ ਕੀ ਬਖਸ਼ਿਸ਼ ਪ੍ਰਾਪਤ ਕਰਕੇ ਉਹ ਆਤਮਿਕ ਜੀਵਨ ਦੀ ਪ੍ਰਾਪਤੀ ਕਰਦੇ ਹੈ। ਇਤਿਹਾਸ ਵਿੱਚ ਵਰਣਨ ਹੈ ਕਿ ਇੱਕ ਜੋਗੀ ਆਇਆ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ, ਬੇਨਤੀ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਬੜੀਆਂ ਯੋਗ ਸਾਧਨਾ ਕੀਤੀਆਂ, ਬੜੇ ਯੋਗਾ ਆਸਣ ਕੀਤੇ, ਬਹੁਤ ਸੁਰਤ ਜੋੜੀ ਮਹਾਰਾਜ ਜੀ, ਬੜੇ ਦਸਮ ਦੁਆਰ ਪ੍ਰਾਣ ਟਕਾ ਟਕਾ ਕੇ ਸਮਾਧੀਆਂ ਵੀ ਲਾਈਆਂ, ਪਰ ਜੋ ਆਤਮਿਕ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਸਾਂ ਉਹ ਅਜੇ ਤੱਕ ਪ੍ਰਾਪਤ ਨਹੀਂ ਹੋਇਆ। ਕਿਰਪਾ ਕਰੋ ਮਹਾਰਾਜ, ਮੇਰੇ ਤੇ ਮਿਹਰ ਕਰੋ। ਜਦੋਂ ਤੋਂ ਆਪ ਜੀ ਗੁਰਤਾ ਤੇ ਸੁਭਾਏਮਾਨ ਹੋਏ ਹੋ, ਮੇਰੇ ਮਨ ਵਿੱਚ ਆਪ ਜੀ ਪ੍ਰਤੀ ਸ਼ਰਧਾ ਹੈ, ਭਾਵਨਾ ਹੈ। ਮੈਨੂੰ ਆਤਮਿਕ ਆਨੰਦ ਦੀ ਦਾਤ ਬਖਸ਼ੋ, ਆਪਣੇ ਚਰਨਾਂ ਦਾ ਸੇਵਕ ਬਣਾ ਲਓ।
ਘਟ ਘਟ ਕੇ ਅੰਤਰ ਕੀ ਜਾਣਨ ਵਾਲੇ, ਅਗਮ ਨਿਗਮ ਨੂੰ ਜਾਣਨ ਵਾਲੇ ਸਤਿਗੁਰੂ ਅਮਰਦਾਸ ਜੀ ਨੇ ਬਚਨ ਕੀਤਾ, ਜੋਗੀ ਜੀ ਵਿਧੀ ਦੇ ਵਿਧਾਨ ਮੁਤਾਬਕ ਤੁਹਾਡਾ ਇੱਕ ਜਨਮ ਅਜੇ ਹੋਰ ਹੈ। ਉਹ ਜਨਮ ਜਦੋਂ ਤੁਸੀਂ ਧਾਰਨ ਕਰੋਗੇ, ਗੁਰੂ ਕੀ ਸਿੱਖੀ ਪ੍ਰਾਪਤ ਕਰੋਗੇ, ਫਿਰ ਉਹ ਆਤਮਿਕ ਆਨੰਦ ਦੀ ਪ੍ਰਾਪਤੀ ਹੋਵੇਗੀ। ਬੇਨਤੀ ਕੀਤੀ ਸਤਿਗੁਰੂ ਜੀ ਫਿਰ ਉਸ ਜਨਮ ਨੂੰ ਧਾਰਨ ਕਰਨ ਵਿੱਚ, ਗੁਰੂ ਕੀ ਸ਼ਰਨ ਲੈਣ ਵਿੱਚ ਤੇ ਆਤਮਿਕ ਆਨੰਦ ਦੀ ਪ੍ਰਾਪਤੀ ਕਰਨ ਦੇ ਵਿੱਚ ਮਹਾਰਾਜ ਦੇਰ ਕਾਤੋਂ ਕਰਨੀ ਹੈ। ਕਿਰਪਾ ਕਰੋ ਮਹਾਰਾਜ, ਮੇਰਾ ਸਰੀਰ ਹੁਣੇ ਛੁੱਟ ਜਾਵੇ ਤੇ ਉਹ ਜਨਮ ਮੈਨੂੰ ਜਲਦੀ ਮਿਲ ਜਾਵੇ। ਸੋ ਉਸ ਵਕਤ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਜੋਗੀ ਨੂੰ ਸਮਰੱਥਾ ਬਖਸ਼ੀ, ਆਪਣੇ ਪ੍ਰਾਣ ਦਸਮ ਦੁਆਰੇ ਚੜ੍ਹਾ ਕੇ ਬ੍ਰਹਮਰੰਦਰ ਨੂੰ ਇਉਂ ਤੋੜ ਕੇ ਸਰੀਰ ਤਿਆਗਿਆ। ਤੇ ਫਿਰ ਉਹੀ ਜੋਗੀ ਜਿਹੜਾ ਸੀ, ਇਹ ਇਤਿਹਾਸ ਵਿੱਚ ਵਰਣਨ ਆਉਂਦਾ ਹੈ ਕਿ ਸਤਿਗੁਰੂ ਅਮਰਦਾਸ ਸਾਹਿਬ ਜੀ ਕੇ ਛੋਟੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ ਦੇ ਗ੍ਰਹਿ ਵਿਖੇ ਜਨਮਿਆ। ਇਹਦੇ ਤੋਂ ਪਹਿਲਾਂ ਬਾਬਾ ਮੋਹਰੀ ਜੀ ਦਾ ਇੱਕ ਪੁੱਤਰ ਬਾਬਾ ਅਰਥਮਲ ਹੈ। ਇਹ ਦੂਸਰਾ ਪੁੱਤਰ ਜਿਹੜਾ ਬਾਬਾ ਮੋਹਰੀ ਜੀ ਦੇ ਗ੍ਰਹਿ ਵਿਖੇ ਜਨਮਿਆ। ਜਿਸ ਵੇਲੇ ਜਨਮ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਦੇ ਨਾਲ ਉਸੇ ਵਕਤ ਹੀ ਉਸ ਨੂੰ ਇਸ਼ਨਾਨ ਕਰਵਾ ਕੇ ਤੇ ਸੁੰਦਰ ਵਸਤਰਾਂ ਵਿੱਚ ਲਪੇਟ ਕੇ ਗੁਰੂ ਕੀ ਹਜ਼ੂਰੀ ਲਿਆਂਦਾ ਗਿਆ। ਆਪਣੀ ਗੋਦ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਨਵ ਜਨਮੇ ਪੋਤਰੇ ਨੂੰ ਲਿਆ, ਮਿਹਰ ਦੀ ਨਿਗਾਹ ਦੇ ਨਾਲ ਤੱਕਿਆ ਤੇ ਬਚਨ ਕੀਤਾ ਕਿ ਐ ਭਾਈ ਬੱਲੂ, ਇਹ ਉਹੀ ਜੋਗੀ ਜਿਹੜਾ ਆਤਮਿਕ ਆਨੰਦ ਦੀ ਦਾਤ ਮੰਗਦਾ ਸੀ, ਉਹ ਸਾਡਾ ਪੋਤਰਾ ਹੋ ਕੇ ਆਇਆ ਹੈ ਗੁਰੂ ਕੀ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ। ਸੋ ਇਸ ਲਈ ਸਤਿਗੁਰੂ ਜੀ ਨੇ ਆਪਣੀ ਰਸਨਾ ਤੋਂ ਉਸ ਦਾ ਨਾਮ ਵੀ ਆਨੰਦ ਰੱਖਿਆ। ਤੇ ਉਸ ਪ੍ਰਥਾਏ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਦੀ ਸੁਰਤ ਨੂੰ ਸੋਝੀ ਬਖਸ਼ਿਸ਼ ਕਰਕੇ ਇਹ ਅੰਮ੍ਰਿਤ ਰੂਪ ਗੁਰਬਾਣੀ ਉਚਾਰਨ ਕੀਤੀ। ਬਾਣੀ ਦਾ ਨਾਮ ਵੀ ਸਤਿਗੁਰਾਂ ਨੇ ਆਨੰਦ ਹੀ ਰੱਖਿਆ। ਐਸੀ ਬਾਣੀ ਜਿਸ ਨੂੰ ਪੜ੍ਹ ਕੇ, ਜਿਸ ਨੂੰ ਸੁਣ ਕੇ, ਜਿਸ ਨੂੰ ਕਮਾ ਕੇ ਆਤਮਿਕ ਆਨੰਦ ਦੀ ਪ੍ਰਾਪਤੀ ਹੋਵੇ। ਸੋ ਇਹ ਆਨੰਦ ਸਾਹਿਬ ਬਾਣੀ ਸਤਿਗੁਰੂ ਗਰੀਬ ਨਿਵਾਜ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਅਗਾਂਹ ਇਹ ਵੀ ਬਚਨ ਇਤਿਹਾਸ ਵਿੱਚ ਆਉਂਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਭਾਈ ਬੱਲੂ, ਇਹ ਜੋ ਬਾਣੀ ਅਸਾਂ ਉਚਾਰਨ ਕੀਤੀ ਹੈ ਨਾ ਭਾਈ, ਇਸ ਬਾਣੀ ਨੂੰ ਲਿਖਤ ਰੂਪ ਵਿੱਚ ਲਿਆ ਕੇ ਇੱਕ ਢੋਲਕ ਲੈ ਲਓ ਤੇ ਇਉਂ ਉੱਪਰ ਉੱਚੀ ਜਗ੍ਹਾ ਤੇ ਚੜ੍ਹ ਕੇ ਢੋਲਕ ਵਜਾਉਂਦਿਆਂ ਹੋਇਆਂ ਇਹ ਅੰਮ੍ਰਿਤ ਰੂਪ ਗੁਰਬਾਣੀ ਦਾ ਗਾਇਨ ਕਰੋ। ਤਦੋਂ ਭਾਈ ਬੱਲੂ ਜੀ ਨੇ ਇਹ ਸਾਰੀ ਬਾਣੀ ਇਉਂ ਢੋਲ ਵਜਾਉਂਦਿਆਂ ਹੋਇਆਂ ਗਾਇਨ ਕੀਤੀ। ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਬਚਨ ਆਉਂਦਾ ਹੈ ਕਿ 38 ਪੌੜੀਆਂ ਸਤਿਗੁਰੂ ਅਮਰਦਾਸ ਜੀ ਨੇ ਇਹ ਉਚਾਰਨ ਕੀਤੀਆਂ ਸਨ। 39ਵੀਂ ਪੌੜੀ ਸਤਿਗੁਰੂ ਰਾਮਦਾਸ ਸਾਹਿਬ ਜੀ ਕੀ ਔਰ 40ਵੀਂ ਪੌੜੀ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਕੀ ਉਚਾਰਨ ਕੀਤੀ ਹੋਈ। ਇਹ ਵਰਣਨ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਤੇ ਹੋਰ ਗ੍ਰੰਥਾਂ ਵਿੱਚ ਵੀ ਆ ਰਿਹਾ ਹੈ। ਸੋ ਇਹ ਮਰਜ਼ਾਦਾ ਉਦੋਂ ਤੋਂ ਬਣ ਗਈ ਕਿ ਜਦੋਂ ਬਾਲਕ ਜਨਮ ਲਵੇ ਤਾਂ ਆਨੰਦ ਸਾਹਿਬ ਦਾ ਗਾਇਨ ਕਰਨਾ। ਛੇਵੇਂ ਪਾਤਸ਼ਾਹ ਨੇ ਜਦੋਂ ਅਵਤਾਰ ਧਾਰਨ ਕੀਤਾ, ਉਹ ਗਵਾਹੀ ਗੁਰਬਾਣੀ ਵਿੱਚ ਵੀ ਮੌਜੂਦ ਹੈ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੈ ਮਨ ਭਾਵੈ। ਨਾਲ ਹੀ ਸਤਿਗੁਰਾਂ ਨੇ ਇਹ ਵੀ ਬਚਨ ਕੀਤਾ ਕਿ ਜੋ ਗੁਰਸਿੱਖ ਆਪਣੇ ਕੰਮਾਂ ਕਾਜਾਂ ਦੇ ਆਰੰਭ ਵਿੱਚ ਆਦਿ ਵਿੱਚ ਇਸ ਅੰਮ੍ਰਿਤ ਰੂਪ ਗੁਰਬਾਣੀ ਦਾ ਪਾਠ ਕਰਨਗੇ, ਉਹਨਾਂ ਦੇ ਕਾਰਜ ਗੁਰੂ ਕੀ ਕਿਰਪਾ ਨਾਲ ਰਾਸ ਹੋਣਗੇ। ਜਿਹੜੇ ਇਸ ਬਾਣੀ ਦਾ ਨਿਤਨੇਮ ਕਰਨਗੇ, ਗੁਰੂ ਕੀ ਕਿਰਪਾ ਨਾਲ ਜੀਵਨ ਮੁਕਤੀ ਦੇ ਆਨੰਦ ਦੀ ਪ੍ਰਾਪਤੀ ਹੋਵੇਗੀ। ਸਾਧ ਸੰਗਤ ਜੀ, ਕੜਾਹ ਪ੍ਰਸ਼ਾਦ ਦੀ ਦੇ ਗੁਰੂ ਕੀ ਹਜ਼ੂਰੀ ਵਿੱਚ ਲਿਆ ਕੇ ਵੀ ਆਨੰਦ ਸਾਹਿਬ ਦਾ ਪਾਠ ਕਰਨ ਦੀ ਮਰਜ਼ਾਦਾ ਹੈ, ਫਿਰ ਹੀ ਕਿਰਪਾਨ ਭੇਟ ਹੋ ਸਕਦੀ ਹੈ। ਸੋ ਇਉਂ ਇਸ ਬਾਣੀ ਦੀ ਬਹੁਤ ਵੱਡੀ ਮਹਾਨਤਾ ਹੈ, ਲਫ਼ਜ਼ਾਂ ਵਿੱਚ ਵਰਣਨ ਨਹੀਂ ਕੀਤੀ ਜਾ ਸਕਦੀ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਹੈ। ਰਾਮਕਲੀ ਰਾਗ ਵਿੱਚ ਤੀਸਰੇ ਪਾਤਸ਼ਾਹ ਜੀ ਕੀ ਉਚਾਰਨ ਕੀਤੀ ਇਹ ਬਾਣੀ ਆਨੰਦ ਸਾਹਿਬ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਰੂਪ ਹੈ। ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤ ਚੇਤਨ ਆਨੰਦ ਰੂਪ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਹਜ਼ੂਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦਾ ਜਿਹੜਾ ਆਨੰਦ ਹੈ ਨਾ, ਉਹਦਾ ਵਰਣਨ ਕਰਦੇ ਨੇ। ਸਾਧ ਸੰਗਤ ਜੀ, ਥੋੜੀ ਜਿਹੀ ਜੇ ਵਿਚਾਰ ਕਰੀਏ, ਪੰਜਾਂ ਬਾਣੀਆਂ ਦੀ ਤਰਤੀਬ ਵਿੱਚ ਦਸਮ ਪਾਤਸ਼ਾਹੀ ਨੇ ਕਿੱਡੀ ਵੱਡੀ ਸਾਡੇ ਤੇ ਕਿਰਪਾ ਕੀਤੀ ਹੈ। ਸਭ ਤੋਂ ਪਹਿਲੀ ਬਾਣੀ ਸ੍ਰੀ ਜਪਜੀ ਸਾਹਿਬ, ਜਿਸ ਦਾ ਸਿਰਲੇਖ ਹੈ ਜਪ। ਕਿਸ ਨੂੰ ਜਪਣਾ ਹੈ? ਜੋ ਇੱਕ ਹੈ, ਜੋ ਸਰਬ ਦਾ ਪ੍ਰਕਾਸ਼ਕ ਹੈ। ਆਪਾਂ ਪੂਰੇ ਮੂਲ ਮੰਤਰ ਦੇ ਅਰਥ ਕਰ ਲਈਏ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪਣਾ ਕਰ। ਜਦੋਂ ਗੁਰਸਿੱਖ ਜਪਦਾ ਹੈ, ਪਹਿਲਾਂ ਸੁਰਤ ਟੁੱਟਦੀ ਵੀ ਹੈ, ਜੁੜਦੀ ਵੀ ਹੈ,
ਪਰ ਜਪਦਿਆਂ ਜਪਦਿਆਂ ਜਦੋਂ ਸੁਰਤ ਜੁੜ ਜਾਵੇ ਤਾਂ ਜਾਪ ਦੀ ਅਵਸਥਾ ਵਿੱਚ ਗੁਰਮੁਖ ਪਹੁੰਚ ਜਾਂਦਾ ਹੈ, ਜਿਸ ਨੂੰ ਅਜੱਪਾ ਜਾਪ ਕਿਹਾ ਜਾਂਦਾ ਹੈ। ਤੇ ਫਿਰ ਉਹ ਵਾਹਿਗੁਰੂ ਅੱਗੇ ਨਮਸਕਾਰਾਂ ਕਰਦਾ ਹੈ, ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਜਦੋਂ ਜਾਪ ਵਿੱਚ ਸੁਰਤ ਜੁੜ ਜਾਵੇ ਤਾਂ ਮਨ ਵਿੱਚ ਵੈਰਾਗ ਆਉਂਦਾ ਹੈ ਤੇ ਪਖੰਡ ਪਾਸੇ ਰਹਿ ਜਾਂਦੇ ਹੈ। ਸਵਈਆਂ ਵਿੱਚ ਵੈਰਾਗ ਦਾ ਕਥਨ ਹੈ, ਪਖੰਡਾਂ ਦਾ ਖੰਡਨ ਹੈ। ਜਦੋਂ ਗੁਰਸਿੱਖ ਪਿਆਰੇ ਦੇ ਮਨ ਵਿੱਚ ਵੈਰਾਗ ਦੀ ਪ੍ਰਾਪਤੀ ਹੋ ਗਈ, ਫਿਰ ਵਾਹਿਗੁਰੂ ਦੇ ਚਰਨਾਂ ਵਿੱਚ ਉਹ ਅਰਦਾਸਾਂ ਬੇਨਤੀਆਂ ਵਿੱਚ ਜੁੜ ਜਾਂਦਾ ਹੈ ਕਿ ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਇਹ ਅਰਦਾਸਾਂ ਬੇਨਤੀਆਂ ਕਰਦਿਆਂ ਕਰਦਿਆਂ ਜਦੋਂ ਵਾਹਿਗੁਰੂ ਦੇ ਦਰ ਤੇ ਬੇਨਤੀ ਪ੍ਰਵਾਨ ਹੋ ਗਈ ਤਾਂ ਫਿਰ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਹੋਇਆ। ਉਸ ਆਨੰਦ ਵਿੱਚ ਆ ਕੇ ਗੁਰਮੁਖ ਪਿਆਰਾ ਕਹਿ ਉੱਠਦਾ ਕਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਹੇ ਮੇਰੀ ਮਾਤਾ, ਐ ਮੇਰੀ ਸੁਰਤ ਰੂਪ, ਐ ਬੁੱਧ ਰੂਪੀ ਮਾਤਾ, ਆਨੰਦ ਭਇਆ। ਮੇਰੇ ਜੀਵਨ ਅੰਦਰ ਹੁਣ ਆਨੰਦ ਹੀ ਆਨੰਦ ਹੋ ਗਿਆ ਹੈ। ਆਤਮਿਕ ਆਨੰਦ ਦੀ ਮੈਨੂੰ ਪ੍ਰਾਪਤੀ ਹੋਈ। ਕਿਵੇਂ ਹੋਈ? ਸਤਿਗੁਰੂ ਮੈਂ ਪਾਇਆ। ਮੈਂ ਸਤਿਗੁਰੂ ਨੂੰ ਪਾ ਲਿਆ, ਮੈਨੂੰ ਸੱਚੇ ਗੁਰੂ ਕਾ ਮਿਲਾਪ ਹਾਸਲ ਹੋ ਗਿਆ ਹੈ। ਸਾਧ ਸੰਗਤ ਜੀ, ਵਾਰਤਾ ਆਉਂਦੀ ਹੈ ਦਸਮ ਪਾਤਸ਼ਾਹ ਜੀ ਕੀ, ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਪ੍ਰੇਮੀ ਗੁਰੂ ਕੀ ਹਜ਼ੂਰੀ ਵਿੱਚ ਆਇਆ ਹੈ ਤੇ ਬਾਣੀ ਦੀ ਸੰਥਿਆ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਗ੍ਰੰਥੀ ਸਿੰਘ ਦੀ ਡਿਊਟੀ ਲਗਾ ਦਿੱਤੀ ਸਤਿਗੁਰਾਂ ਨੇ, ਭਾਈ ਇਹਨੂੰ ਪ੍ਰੇਮ ਨਾਲ ਸੰਥਿਆ ਕਰਾ। ਨਿਤਨੇਮ ਦੀ ਸੰਥਿਆ ਆਰੰਭ ਹੋਈ, 4 ਬਾਣੀਆਂ ਦੀ ਸੰਥਿਆ ਸੰਪੂਰਨ ਹੋ ਗਈ। ਜਦੋਂ ਆਨੰਦ ਸਾਹਿਬ ਦੀ ਸੰਥਿਆ ਆਰੰਭ ਹੋਈ, ਇਹ ਪਹਿਲੀ ਪੰਕਤੀ ਪੜ੍ਹੀ ਤੇ ਇਹਦੇ ਤੋਂ ਬਾਅਦ ਉਹ ਗੁਰੂ ਕਾ ਸਿੱਖ ਸੰਥਿਆ ਕਰਨ ਵਾਸਤੇ ਆਇਆ ਹੀ ਨਾ। ਕਾਫੀ ਦਿਨ ਬੀਤ ਗਏ। ਮਹਾਰਾਜ ਗ੍ਰੰਥੀ ਸਿੰਘ ਨੂੰ ਪੁੱਛਦੇ ਨੇ, ਭਾਈ ਨਿਤਨੇਮ ਦੀ ਸੰਥਿਆ ਸਿੱਖ ਦੀ ਪੂਰੀ ਹੋ ਗਈ? ਬੇਨਤੀ ਕੀਤੀ, ਮਹਾਰਾਜ ਉਹ ਤਾਂ ਦੁਬਾਰਾ ਆਇਆ ਹੀ ਨਹੀਂ। ਹਜ਼ੂਰ ਨੇ ਆਪਣੀ ਹਜ਼ੂਰੀ ਵਿੱਚ ਬੁਲਾਇਆ, ਉਹ ਤਾਂ ਆਨੰਦ ਵਿੱਚ ਝੂਮਦਾ ਫਿਰੇ। ਮਹਾਰਾਜ ਕਹਿਣ ਲੱਗੇ, ਭਾਈ ਸੰਥਿਆ ਕਰਨ ਕਿਉਂ ਨਹੀਂ ਆਉਂਦਾ? ਕਹਿੰਦਾ ਜੀ, ਜੋ ਪ੍ਰਾਪਤੀ ਕਰਨੀ ਸੀ ਉਹ ਤਾਂ ਹੋ ਗਈ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਮੈਂ ਸਤ ਚੇਤਨ ਨੂੰ, ਸਤਿਗੁਰੂ ਨੂੰ ਪਾ ਲਿਆ, ਆਨੰਦ ਹੀ ਆਨੰਦ ਹੋ ਗਿਆ। ਇਹਦੇ ਤੋਂ ਅੱਗੇ ਦੀ ਹੁਣ ਕਿਹੜੀ ਗੱਲ ਰਹਿ ਗਈ? ਸਤਿਗੁਰੂ ਬੜੇ ਪ੍ਰਸੰਨ ਹੋਏ, ਗੁਰਸਿੱਖਾ ਤੂੰ ਬਾਣੀ ਕਮਾ ਲਈ, ਤੂੰ ਵਾਕਿਆ ਹੀ ਆਨੰਦ ਪ੍ਰਾਪਤ ਕਰ ਲਿਆ, ਪਰ ਭਾਈ ਮਰਜ਼ਾਦਾ ਰੱਖਣੀ ਵੀ ਜ਼ਰੂਰੀ ਹੈ। ਸੰਥਿਆ ਪੂਰੀ ਕਰੋ, ਬਾਣੀ ਪੜ੍ਹਿਆ ਕਰੋ, ਇਹ ਸਿੱਖਿਆ ਫਰਮਾਈ ਸੀ। ਸਤਿਗੁਰੂ ਕੀ ਜਦੋਂ ਪ੍ਰਾਪਤੀ ਹੋ ਗਈ ਤਾਂ ਜੀਵਨ ਅੰਦਰ ਆਨੰਦ ਹੀ ਆਨੰਦ ਆ ਗਿਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ। ਸਹਿਜ ਸੇਤੀ, ਆਤਮਿਕ ਅਡੋਲਤਾ ਦੇ ਸਹਿਤ ਸਤ ਚੇਤਨ ਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ। ਸਤਿਗੁਰ ਤਾਂ ਪਾਇਆ। ਜਦੋਂ ਮੈਂ ਸਤਿਗੁਰਾਂ ਨੂੰ ਪਾ ਲਿਆ, ਜਦੋਂ ਮੈਨੂੰ ਸੱਚੇ ਗੁਰੂ ਕੀ ਸ਼ਰਨ ਪ੍ਰਾਪਤ ਹੋ ਗਈ, ਗੁਰੂ ਨੇ ਕਿਰਪਾ ਕੀਤੀ, ਸਹਿਜ ਸੇਤੀ, ਮੈਂ ਆਤਮਿਕ ਆਨੰਦ ਦੇ, ਆਤਮਿਕ ਗਿਆਨ ਦੇ ਸਹਿਤ ਹੋ ਗਿਆ ਹਾਂ। ਸਹਿਜ ਦਾ ਅਰਥ ਅਡੋਲਤਾ ਵੀ ਹੈ, ਸਹਿਜ ਦਾ ਅਰਥ ਗਿਆਨ ਵੀ ਹੈ। ਮੈਂ ਆਤਮਿਕ ਗਿਆਨ ਦੇ ਸਹਿਤ ਹੋ ਗਿਆ ਹਾਂ ਗੁਰੂ ਕੀ ਕਿਰਪਾ ਦੇ ਨਾਲ। ਤੇ ਹੁਣ ਮਨ ਵਜੀਆਂ ਵਧਾਈਆਂ, ਮਨ ਵਿੱਚ ਵਧਾਈਆਂ ਵੱਜ ਗਈਆਂ, ਖੁਸ਼ੀਆਂ ਖੇੜੇ ਆ ਪ੍ਰਾਪਤ ਹੋਏ। ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣ ਆਈਆ। ਤੇ ਹੁਣ ਇਸ ਆਨੰਦਮਈ ਅਵਸਥਾ ਦੇ ਵਿੱਚ ਐਸਾ ਆਨੰਦ ਹੈ ਕਿ ਰਾਗ ਰਤਨ, ਰਤਨਾ ਵਰਗੇ ਕੀਮਤੀ ਜਿਹੜੇ ਰਾਗ ਨੇ, ਆਪਣੇ ਪਰਿਵਾਰ ਦੇ ਸਹਿਤ ਤੇ ਸਵਰਗਾਂ ਦੀਆਂ ਪਰੀਆਂ ਦੇ ਸਹਿਤ ਸ਼ਬਦ ਗਾਵਣ ਆਈਆਂ। ਵਾਹਿਗੁਰੂ ਕੇ ਸ਼ਬਦ, ਵਾਹਿਗੁਰੂ ਕੀ ਉਸਤਤ ਗਾਉਣ ਵਾਸਤੇ ਆਈਆਂ ਨੇ। ਜਿੰਨੀਆਂ ਸਵਰਗਾਂ ਦੀਆਂ ਅਪਸ਼ਰਾ ਪਰੀਆਂ ਮੰਨੀਆਂ ਜਾਂਦੀਆਂ ਉਹ ਵੀ ਸ਼ਬਦ ਗਾ ਰਹੀਆਂ। ਰਾਗ ਰਾਗਨੀ ਮੰਗਲ ਗਾਇਆ, ਰਾਗ ਤੇ ਰਾਗਣੀਆਂ ਵੀ ਮੰਗਲ ਉਸਤਤ ਗਾ ਰਹੇ ਹੈ। ਰਾਗ ਪ੍ਰੇਮ ਰੂਪੀ ਰਤਨ ਹਿਰਦੇ ਵਿੱਚ ਜਿਹੜਾ ਪ੍ਰਾਪਤ ਹੋਇਆ ਹੈ, ਔਰ ਪ੍ਰੇਮ ਰੂਪੀ ਰਤਨ ਦਾ ਜਿਹੜਾ ਪਰਿਵਾਰ ਸਤ ਸੰਤੋਖ ਗਿਆਨ ਇਤਿਆਦਿਕ ਸਾਰੇ ਗੁਣ ਪ੍ਰਾਪਤ ਹੋਏ ਨੇ। ਔਰ ਇਸੇ ਪ੍ਰਕਾਰ ਸੁੰਦਰ ਸੁਰਤ ਰੂਪੀ ਜਿਹੜੀਆਂ ਪਰੀਆਂ ਹਨ ਉਹ ਵੀ ਵਾਹਿਗੁਰੂ ਦੇ ਸ਼ਬਦ ਨੂੰ ਗਾ ਰਹੀਆਂ ਹਨ। ਸਬਦੋ ਤਾਂ ਗਾਵੋ ਹਰੀ ਕੀਰਾ, ਮਨ ਜਿਨੀ ਵਸਾਇਆ। ਭਾਈ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਇਉਂ ਮਨ ਅੰਦਰ ਅਕਾਲ ਪੁਰਖ ਵਾਹਿਗੁਰੂ ਨੂੰ ਵਸਾ ਲਿਆ ਨਾ, ਤੁਸੀਂ ਵੀ ਉਹਨਾਂ ਗੁਰਮੁਖਾਂ ਪਿਆਰਿਆਂ ਦੀ ਸੰਗਤ ਕਰਦਿਆਂ ਹੋਇਆਂ ਹਰੀ ਅਕਾਲ ਪੁਰਖ ਦਾ ਸ਼ਬਦ, ਪਰਮਾਤਮਾ ਦਾ ਨਾਮ ਗਾਉਣਾ ਕਰੋ, ਵਾਹਿਗੁਰੂ ਦਾ ਜਸ ਗਾਉਣਾ ਕਰੋ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਪਹਿਲੀ ਪੌੜੀ ਦੀ ਸੰਪੂਰਨਤਾ ਕਰਦਿਆਂ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਹੁਣ ਆਨੰਦ ਹੀ ਆਨੰਦ ਹੋ ਗਿਆ ਹੈ, ਕਿਉਂਕਿ ਮੈਂ ਸਤਿਗੁਰਾਂ ਦੀ ਪ੍ਰਾਪਤੀ ਕਰ ਲਈ ਹੈ।
ਤੇ ਗੁਰੂ ਕੀ ਕਿਰਪਾ ਨਾਲ ਸਤ ਚੇਤਨ ਰੂਪ ਵਾਹਿਗੁਰੂ ਨੂੰ ਮੈਂ ਪ੍ਰਾਪਤ ਕਰ ਲਿਆ ਹੈ, ਇਸ ਲਈ ਜੀਵਨ ਅੰਦਰ ਆਨੰਦ ਪ੍ਰਾਪਤ ਹੋ ਗਿਆ ਹੈ। ਮਹਾਰਾਜ ਕਿਰਪਾ ਕਰਨ ਗੁਰੂ ਕਾ ਸ਼ਬਦ ਸਾਡੇ ਹਿਰਦੇ ਵਿੱਚ ਵਸੇ ਔਰ ਇਹ ਆਤਮਿਕ ਆਨੰਦ ਗੁਰੂ ਕੀ ਕਿਰਪਾ ਨਾਲ ਆਪਾਂ ਵੀ ਪ੍ਰਾਪਤ ਕਰ ਸਕੀਏ। ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ, ਸ੍ਰੀ ਅਕਾਲ ਪੁਰਖ ਵਾਹਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾ ਕੋਟਨ ਕੋਟ ਸ਼ੁਕਰਾਨਾ। ਧੰਨਵਾਦ ਸਾਡੇ ਪਰਮ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਸਮੂਹ ਸੰਗਤਾਂ ਦਾ ਧੰਨਵਾਦ ਹੈ ਜੀ। ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੈ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।